ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜਿਹੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਪਾਵਨ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉ ਚਿਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਮਾਝ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 118 ਦੇ ਉੱਪਰ ਸੁਭਾਏਮਾਨ ਹੈ। ਇਹ 8 ਪਦਿਆਂ ਵਾਲਾ ਪਾਵਨ ਸ਼ਬਦ, ਜਿਸ ਦੇ ਪਹਿਲੇ 4 ਪਦਿਆਂ ਦੀ ਵਿਚਾਰ ਕੱਲ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਸਰਵਨ ਕੀਤੀ। ਅਗਲੇਰੇ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਆਪਣੀ ਸੁਰਤ ਨੂੰ ਜੋੜੀਏ ਔਰ 5ਵੇਂ ਪਦੇ ਦੀ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਜੋ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਹੈ, ਸਮਝ ਕੇ ਚੱਲਣ ਦਾ ਯਤਨ ਕਰੀਏ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਤੋਂ ਵਾਰੇ ਬਲਿਹਾਰੇ ਜਾਂਦੇ ਹਨ, ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਅੰਮ੍ਰਿਤਮਈ ਬਾਣੀ ਨੂੰ ਵਸਾ ਲਿਆ। ਆਤਮਿਕ ਜੀਵਨ ਦੇਣ ਵਾਲੀ ਬਾਣੀ, ਜਿਸ ਬਾਣੀ ਦਾ ਅਭਿਆਸ ਕਰਕੇ ਸਾਨੂੰ ਆਤਮਿਕ ਜੀਵਨ ਮਿਲਦਾ ਹੈ, ਤੇ ਜਿਨ੍ਹਾਂ ਨੇ ਮਨ ਦੇ ਵਿੱਚ ਵਸਾਇਆ, ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਸੱਦ ਕੇ ਜਾਵਾਂ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚ ਬਾਣੀ ਅੰਮ੍ਰਿਤਮਈ ਬਾਣੀ ਨੂੰ ਵਸਾਇਆ, ਇਹ ਜਿਹੜਾ ਅੰਮ੍ਰਿਤ ਰਸ ਦੇ ਨਾਲ ਭਰਪੂਰ ਪਰਮੇਸ਼ਵਰ ਦਾ ਨਾਮ ਹੈ, ਉਹਨਾਂ ਨੇ ਫਿਰ ਇਹਨੂੰ ਧਿਆਉਣਾ ਕੀਤਾ, ਜਾਂ ਪਰਮੇਸ਼ਵਰ ਨੇ ਉਹਨਾਂ ਉੱਤੇ ਆਪਣੀ ਕਿਰਪਾ ਕੀਤੀ। ਉਹ ਫਿਰ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਪਰਮੇਸ਼ਵਰ ਦਾ ਨਾਮ ਹਰ ਵੇਲੇ ਧਿਆਉਂਦੇ ਹਨ। ਹਰ ਵੇਲੇ ਪਰਮੇਸ਼ਵਰ ਦੇ ਨਾਮ ਨੂੰ ਧਿਆਉਣ ਵਾਸਤੇ
ਪਹਿਲਾਂ ਸਾਨੂੰ ਬਾਣੀ ਨੂੰ, ਸ਼ਬਦ ਨੂੰ ਆਪਣੇ ਮਨ ਦੇ ਵਿੱਚ ਵਸਾਉਣਾ ਪੈਣਾ ਹੈ, ਕਿਉਂਕਿ ਜਿਹਦੇ ਮਨ ਵਿੱਚ ਸ਼ਬਦ ਨਹੀਂ ਵਸਿਆ ਉਹ ਹਰ ਵੇਲੇ ਪਰਮੇਸ਼ਵਰ ਦਾ ਨਾਮ ਧਿਆ ਵੀ ਨਹੀਂ ਸਕਦਾ। ਜਿਨ੍ਹਾਂ ਦੇ ਮਨ ਵਿੱਚ ਅੰਮ੍ਰਿਤਮਈ ਬਾਣੀ ਵਸ ਗਈ, ਉਹ ਉੱਠਦਿਆਂ ਬਹਿੰਦਿਆਂ ਚੱਲਦਿਆਂ ਫਿਰਦਿਆਂ ਹਰ ਵੇਲੇ ਅੰਦਰ ਪਰਮੇਸ਼ਵਰ ਦੇ ਨਾਮ ਨੂੰ ਧਿਆਉਂਦੇ ਹਨ। ਹੁਣ ਗੁਰੂ ਅਰਜਨ ਦੇਵ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਜੀ 5ਵੇਂ ਪਦੇ ਵਿੱਚ ਕਿਰਪਾ ਕਰਦੇ, ਅਜਬ ਕੰਮ ਕਰਤੇ ਹਰ ਕੇਰੇ। ਹਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਕੰਮ ਨੇ ਉਹ ਅਜਬ ਨੇ। ਅਜਬ ਦਾ ਅਰਥ ਹੈ ਕਿ ਜੋ ਦੁਨੀਆ ਦੇ ਵਿੱਚ ਕੋਈ ਵੀ ਕੰਮ ਨਹੀਂ ਕਰ ਸਕਦਾ, ਉਹ ਪਰਮੇਸ਼ਵਰ ਦੇ ਰਾਹੀਂ ਹੁੰਦਾ ਹੈ। ਦੁਨੀਆ ਦੇ ਵਿੱਚ ਬੜੇ ਬੜੇ ਮਾਣ ਹੰਕਾਰ ਵਾਲੇ ਜੀਵ ਬੈਠੇ ਨੇ, ਜਿਹੜੇ ਕਹਿੰਦੇ ਕੋਈ ਐਸਾ ਕੰਮ ਨਹੀਂ ਜਿਹੜਾ ਸਾਡੇ ਤੋਂ ਨਾ ਹੋ ਸਕੇ। ਅਸੀਂ ਹਰ ਕੰਮ, ਹਰ ਕਾਰਜ ਕਰ ਸਕਦੇ ਹਾਂ, ਪਰ ਮਹਾਰਾਜ ਜੀ ਕਹਿੰਦੇ ਨੇ ਸਭ ਤੋਂ ਵੱਡਾ ਕੰਮ ਹੈ ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਨੂੰ ਵਸਾਉਣਾ, ਤੇ ਇਹ ਮਾਲਕ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦਾ। ਠੀਕ ਹੈ, ਦੁਨਿਆਵੀ ਕੰਮ ਅਸੀਂ ਕਰ ਸਕਦੇ ਹਾਂ, ਪਰ ਜਿਹੜਾ ਸਾਡੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਸਾਉਣਾ ਹੈ, ਇਹ ਸਾਡੇ ਵੱਸ ਦੀ ਗੱਲ ਨਹੀਂ। ਮਨ ਵਿੱਚੋਂ ਦੀ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਝੂਠ, ਨਿੰਦਾ, ਇਹਨੂੰ ਕੱਢਣਾ ਸਾਡੇ ਵੱਸ ਦੀ ਗੱਲ ਨਹੀਂ। ਜੇ ਇਹ ਸਾਡੇ ਵੱਸ ਦੀ ਗੱਲ ਹੋਵੇ ਫਿਰ ਸਾਨੂੰ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਨਹੀਂ। ਜੇ ਸਾਨੂੰ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਹੈ, ਇਹਦਾ ਮਤਲਬ ਫਿਰ ਸਾਡੇ ਵੱਸ ਦੀ ਗੱਲ ਨਹੀਂ। ਜਦੋਂ ਅਸੀਂ ਤਪ ਕਰਨ ਵਾਲੇ ਤਪਸਵੀਆਂ ਨੂੰ ਵੇਖਦੇ ਹਾਂ, ਉਹ ਵੀ ਕਿਤੇ ਨਾ ਕਿਤੇ ਮਨ ਦੇ ਹੱਥੋਂ ਹਾਰੇ ਹੋਏ ਨਜ਼ਰ ਆਉਂਦੇ ਆ। ਜਦੋਂ ਅਸੀਂ ਰਿਸ਼ੀ ਮੁਨੀਆਂ ਵੱਲ ਵੇਖਦੇ ਹਾਂ, ਉਹ ਵੀ ਸਾਨੂੰ ਕਿਤੇ ਨਾ ਕਿਤੇ ਮਨ ਦੇ ਤਲ ਤੇ ਹਾਰੇ ਹੋਏ ਨਜ਼ਰ ਆਉਂਦੇ ਆ, ਕਿਉਂਕਿ ਮਨ ਨੂੰ ਉਹ ਵੀ ਕਾਬੂ ਨਾ ਕਰ ਸਕੇ। ਮਨ ਵਿੱਚੋਂ ਵਾਸ਼ਨਾਵਾਂ ਉਹ ਵੀ ਮਿਟਾ ਨਾ ਸਕੇ। ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਾਂ ਤ੍ਰੈ ਗੁਣੀ ਮਾਇਆ ਦਾ ਪ੍ਰਭਾਵ ਉਹ ਵੀ ਖਤਮ ਨਹੀਂ ਕਰ ਸਕੇ। ਕਿ ਜਿੰਨਾ ਚਿਰ ਮਾਲਕ ਵਾਹਿਗੁਰੂ ਜੀ ਦੀ ਕਿਰਪਾ ਨਹੀਂ ਹੋਏਗੀ, ਸਾਡੇ ਮਨ ਵਿੱਚੋਂ ਵਾਸ਼ਨਾਵਾਂ ਮੁੱਕ ਨਹੀਂ ਸਕਦੀਆਂ। ਜਿੰਨਾ ਚਿਰ ਵਾਹਿਗੁਰੂ ਜੀ ਦੀ ਮਿਹਰ ਨਹੀਂ ਹੋਏਗੀ, ਉਨਾ ਚਿਰ ਸਾਡੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਹ ਨਿਕਲ ਹੀ ਨਹੀਂ ਸਕਦੇ। ਇਸੇ ਲਈ ਅਸੀਂ ਇਹ ਪਹਿਲਾਂ ਮੰਨਣਾ ਹੈ ਕਿ ਇਹ ਸਾਡੇ ਵੱਸ ਦੀ ਗੱਲ ਨਹੀਂ। ਅਸਾਂ ਜੋਰ ਨਾਹੀਂ ਜੇ ਕਿਛ ਕਰ ਹਮ ਸਾਕੈ। ਅਸੀਂ ਤੇ ਐਵੇਂ ਹੰਕਾਰ ਦੀਆਂ ਉਡਾਰੀਆਂ ਮਾਰ ਰਹੇ ਹਾਂ। ਸੰਸਾਰਿਕ ਤਲ ਤੇ, ਮਾਇਆਵੀ ਤਲ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਮਹਾਰਾਜ ਕਹਿੰਦੇ ਜਿਹੜਾ ਤੇਰੇ ਅੰਦਰ ਹੰਕਾਰ ਹੈ, ਆਪਣੇ ਮਨ ਨੂੰ ਉਸ ਹੰਕਾਰ ਤੋਂ ਨਿਮਰਤਾ ਵਾਲੇ ਪਾਸੇ ਤੂੰ ਆਪਣੇ ਆਪ ਨਹੀਂ ਲਿਆ ਸਕਦਾ। ਉੱਥੇ ਤੈਨੂੰ ਹੱਥ ਜੋੜ ਕੇ ਬੇਨਤੀ ਕਰਨੀ ਪੈਣੀ ਆ ਵੀ ਮਹਾਰਾਜ ਇੱਥੇ ਮੇਰਾ ਜ਼ੋਰ ਨਹੀਂ ਚੱਲਦਾ। ਮੈਂ ਦੁਨੀਆ ਉੱਤੇ, ਜੀਵਾਂ ਉੱਤੇ, ਆਪਣੇ ਤੋਂ ਕਮਜ਼ੋਰ ਉੱਤੇ ਆਪਣਾ ਪੂਰਾ ਜ਼ੋਰ ਮੈਂ ਚਲਾਉਣਾ, ਕਿਉਂਕਿ ਹਰ ਬੰਦਾ ਜਿਹਦੇ ਕੋਲ ਪਾਵਰ ਹੈ ਉਹ ਆਪਣੇ ਤੋਂ ਕਮਜ਼ੋਰ ਉੱਤੇ ਜ਼ੋਰ ਚਲਾਉਂਦਾ ਹੀ ਚਲਾਉਂਦਾ ਹੈ। ਪਰ ਮਾਲਕ ਜੀ ਮੇਰਾ, ਮੇਰੇ ਮਨ ਉੱਤੇ ਹੀ ਜ਼ੋਰ ਨਹੀਂ ਚੱਲਦਾ ਕਿ ਮੈਂ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕਰ ਸਕਾਂ, ਮੈਂ ਆਪਣੇ ਮਨ ਵਿੱਚੋਂ ਵਾਸ਼ਨਾਵਾਂ ਨੂੰ ਮਿਟਾ ਸਕਾਂ,
ये मेरे वस की गल नहीं है। इसलिए तुहाडे अगे अरदास है कि वो अरदास करेगा जिन्हों समझ आ गई। बड़े बड़े तपस्वी फेल हो गए, बड़े बड़े जप तप करन वाले फेल हो गए, मन दे तल ते हार गए। इसलिए महाराज कहंदे गुरु के सिखो, तुसीं गुरु चरनां च अरदास करो, काम क्रोध लोभ झूठ निंदा इन ते आप छडावो। इहदा मतलब साडे कोल इन्नी पावर नहीं कि असीं अपने मन नूं काम क्रोध लोभ झूठ निंदा तो छड़वा सकीए। असीं शरीर करके जिन्ने मर्जी बहादुर होवांगे, सूरमे होवांगे, शरीर करके असीं भावें जिन्ने मर्जी योद्धे होवांगे, पर साडे कोल इन्नी पावर नहीं कि असीं अपने मन विचों काम क्रोध लोभ मोह हंकार नूं मिटा सकीए। उहदे लई सानूं बेनती करनी पएगी भी गुरुदेव सच्चे पातशाह तुहाडी शरण विच आए आ, इत्थे साडा जोर नहीं चलदा, इसलिए कृपा करो काम क्रोध अर लोभ मोह बिनस जाए अहमेव, नानक प्रभ शरणागति कर प्रसाद गुरुदेव। इसलिए महाराज ने सानू पहला बाहरों सूरमा नहीं बनाया। महाराज कहंदे मैं कल्ले तन दा योद्धा नहीं बनाया। योद्धा बनन वास्ते साहब कहंदे पहला तैनू मन करके सूरमा बनना पैना। जे तू मन करके योद्धा है फिर तू तन करके भी कामयाब है। फिर तन करके जिन्ने मर्जी तसीहे भी तैनू दिते जान तू डोलेगा नहीं। पहला सानू महाराज ने अंदरों नाम दा रंग लाया। जाको हर रंग लागो इस युग में सो कहियत है सूरा। जिन्हें अंदर नाम दा रंग लगा ते वो मालिक दी किरपा तो बिना नहीं हुंदा। मन साडा जिहड़ा ये भटकदा है, पर एक वाहिगुरु परमेश्वर है जिहड़ा साडे मन नूं मोड़ सकदा है, जिहड़ा साडे मन दी हालत नूं बदल सकदा है, जिहड़ा साडी सोच नूं बदल सकदा है। इसे लई कहंदे आ कि मालिक जी दे जिहड़े काम ने वो अजब ने, भी जिहड़ा काम दुनिया विच कोई भी नहीं कर सकदा वो परमेश्वर दे राहीं हुंदा है। ते जिहड़ा काम परमेश्वर ने करना है, ध्यान रखियो दुनिया विच कोई भी नहीं कर सकदा। बहुत ने इत्थे विचारां जिहड़ियां समझण वास्ते। ठीक है, अज विज्ञान है, विज्ञानक तल ते असीं अज जी रहे हैं। सानू विज्ञान दी बाहरों बड़ी जरूरत है। असीं उस तल ते बहुत कुछ सिखिया भी है, सानू बहुत ज्ञान भी मिलिया, पर अज भी विज्ञान भावें सिखरां ते होवे, पर ब्रह्म ज्ञान दे अगे विज्ञान भी फेल पै जांदा है। एक उदाहरण पिछले दिनी कबीर साहब जी दे पावन सलोक दी आप जी नूं दित्ती सी कि जिहदे अगे विज्ञान भी फेल हो जाता है। अज इन्नी को तरक्की कीती है कि असीं अपने शरीर दी हड्डी भी टुट जाए, दो फाड़ हो जाए, तो उन्हों दोबारा जोड़िया जा सकता है। कुछ समय बाद पता ही नहीं लगता भी ये हड्डी टुटी भी सी कि नहीं, इन्नियां तरक्कियां हो चुकियां। पर अज भी टुटिया होया फल जिहड़ा दरखत नालों फल टुट गया ना, अज भी साडे कोल कोई ऐसी तकनीक नहीं, कोई ऐसा मिश्रण नहीं जिहदे नाल उस टुटे हुए फल नूं दोबारा जोड़िया जा सके। इसलिए कबीर जी ने आख्या भी ये तो उस करते दी खेड है, ते वो करता ही कुछ कला वरतावे ते हो सकता है, नहीं तो साडे हथ वस दी गल नहीं। कबीर मानस जन्म दुलंभ है, होए ना बार बार,
ਜਿਉਂ ਬੰਨ ਫਲ ਪਾਕੈ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਕਬੀਰ ਜੀ ਕਹਿੰਦੇ ਦੁਬਾਰਾ ਉਹ ਡਾਲੀ ਨਾਲ ਨਹੀਂ ਲੱਗ ਸਕਦਾ। ਤੇ ਦੁਨੀਆ ਵਿੱਚ ਜਿੰਨਾ ਮਰਜ਼ੀ ਵਿਗਿਆਨ ਹੋਵੇ, ਅਸੀਂ ਉਸ ਟੁੱਟੇ ਹੋਏ ਫਲ ਨੂੰ ਜੋੜ ਨਹੀਂ ਸਕਦੇ ਹਾਂ। ਇਸ ਲਈ ਜਿਹੜੇ ਕੰਮ ਸਾਡੇ ਕੋਲੋਂ ਨਹੀਂ ਹੋ ਸਕਦੇ ਆ, ਅਸੀਂ ਜਿੰਨੇ ਮਰਜ਼ੀ ਚੋਟੀ ਦੇ ਵਿਦਵਾਨ ਹੋ ਜਾਈਏ, ਫਿਲਾਸਫਰ ਹੋ ਜਾਈਏ, ਅੱਜ ਆਪਣੇ ਆਪ ਨੂੰ ਚੋਟੀ ਦੇ ਜੋਤਸ਼ੀ ਕਹਾਉਣ ਵਾਲੇ ਬੈਠੇ ਆ, ਜੋ ਜੋਤਿਸ਼ ਵਿਦਿਆ ਰਾਹੀਂ ਸਾਨੂੰ ਸਾਡਾ ਭਵਿੱਖ ਦਿਖਾਉਂਦੇ ਆ। ਜਿਹੜਾ ਸਮਾਂ ਹਜੇ ਆਇਆ ਹੀ ਨਹੀਂ ਹੈ, ਉਸ ਆਉਣ ਵਾਲੇ ਸਮੇਂ ਦੀਆਂ ਗੱਲਾਂ ਸਾਡੇ ਨਾਲ ਕਰਦੇ ਆ, ਪਰ ਉਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਅਗਲੇ ਸਮੇਂ ਵਿੱਚ ਪਰਮੇਸ਼ਵਰ ਨੇ ਕੀ ਖੇਡ ਵਰਤਾਉਣੀ ਹੈ। ਜਦੋਂ ਕੁਦਰਤੀ ਕੋਈ ਆਫਤ ਆਉਂਦੀ ਹੈ ਤੇ ਉਸ ਕੁਦਰਤੀ ਆਫਤ ਦਾ ਪਤਾ ਹੀ ਨਹੀਂ ਹੁੰਦਾ। ਹਾਲਾਂਕਿ ਦੁਨੀਆ ਭਰ ਵਿੱਚ ਬੜੇ ਚੋਟੀ ਦੇ ਜੋਤਸ਼ੀ ਬੈਠੇ ਆ, ਇਹ ਪਹਿਲਾਂ ਅਲਰਟ ਕਿਉਂ ਨਹੀਂ ਕਰ ਦਿੰਦੇ ਕਿ ਅੱਜ ਤੁਸੀਂ ਇਸ ਪਾਸੇ ਨੂੰ ਨਾ ਜਾਇਓ, ਕਿਉਂਕਿ ਆਹ ਘਟਨਾ ਵਾਪਰਨ ਵਾਲੀ ਹੈ, ਫਿਰ ਕਦੇ ਕਿਸੇ ਦਾ ਨੁਕਸਾਨ ਹੋਵੇ ਹੀ ਨਾ। ਕਦੇ ਕਿਸੇ ਨੂੰ ਦਾ ਕੋਈ ਨੁਕਸਾਨ, ਕੋਈ ਜਾਨੀ ਮਾਨੀ ਨੁਕਸਾਨ ਹੋਵੇ ਹੀ ਨਾ। ਇਹ ਸਿਰਫ ਆਪਣੇ ਆਪਣੇ ਅੰਦਾਜ਼ੇ ਲਾਏ ਜਾ ਰਹੇ ਆ, ਪਰ ਜਿਹੜਾ ਕੰਮ ਉਸ ਮਾਲਕ ਨੇ ਕਰਨਾ ਨਾ ਉਹ ਸਾਡੀ ਸੋਚ ਵਿੱਚ ਹੈ। ਇਹ ਤੇ ਪਤਾ ਉਦੋਂ ਲੱਗਦਾ ਜਦੋਂ ਉਸ ਮਾਲਕ ਨੇ ਆਪਣੀ ਕਲਾ ਨੂੰ ਵਰਤਾਉਣਾ ਹੈ। ਉਹ ਸਾਡੇ ਮਨਾਂ ਦੀ ਵਿਚਾਰ ਨੂੰ ਜਾਣਦਾ ਹੈ, ਪਰ ਉਸ ਮਾਲਕ ਦਾ ਅਗਲਾ ਹੁਕਮ ਸਾਡੇ ਲਈ ਕੀ ਹੋਣਾ ਅਸੀਂ ਨਹੀਂ ਜਾਣਦੇ ਹਾਂ। ਇਸ ਲਈ ਗੁਰੂ ਸਾਹਿਬ ਜੀ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਅਜਬ ਕੰਮ ਕਰਤੇ ਹਰ ਕੇਰੇ। ਹਰੀ ਦੇ ਜਿਹੜੇ ਕੰਮ ਨੇ ਉਹ ਅਜਬ ਨੇ, ਹੈਰਾਨ ਕਰ ਦੇਣ ਵਾਲੇ ਨੇ। ਇਹ ਮਨ ਭੂਲਾ ਜਾਂਦਾ ਫੇਰੇ। ਇਹ ਮਨ ਭੁੱਲਿਆ ਹੋਇਆ ਜਿਸ ਰਾਹ ਤੁਰਿਆ ਜਾਂਦਾ ਹੈ, ਜੇ ਉਸ ਰਾਹ ਤੋਂ ਕੋਈ ਮਨ ਨੂੰ ਮੋੜ ਕੇ ਲਿਆ ਸਕਦਾ ਹੈ ਤੇ ਉਹ ਪਰਮੇਸ਼ਵਰ ਵਾਹਿਗੁਰੂ ਹੈ। ਹੋਰ ਕੋਈ ਵੀ ਨਹੀਂ ਸੰਸਾਰ ਦੇ ਅੰਦਰ ਜਿਹੜਾ ਸਾਡੇ ਭੁੱਲੇ ਹੋਏ ਮਨ ਨੂੰ ਸਮਝਾ ਕੇ ਤੇ ਉਹਨੂੰ ਦੁਬਾਰਾ ਮੋੜ ਕੇ ਲਿਆਵੇ। ਪਰਮੇਸ਼ਵਰ ਨੇ ਗੁਰਬਾਣੀ ਦਾ ਆਸਰਾ ਇਸੇ ਲਈ ਦਿੱਤਾ ਹੈ ਕਿ ਇੱਕ ਗੁਰਬਾਣੀ ਅੰਮ੍ਰਿਤ ਬਾਣੀ ਹੈ ਜੋ ਤੁਹਾਡੇ ਮਨ ਨੂੰ ਫੇਰ ਸਕਦੀ ਹੈ। ਭਾਵ ਜਿਸ ਰਾਹ ਤੁਰਿਆ ਉਸ ਰਾਹ ਤੋਂ ਮੋੜ ਸਕਦੀ ਹੈ। ਉਹ ਕੇਵਲ ਤੇ ਕੇਵਲ ਰੱਬੀ ਬਾਣੀ ਹੈ। ਉਹ ਪਰਮੇਸ਼ਵਰ ਦਾ ਸੱਚਾ ਨਾਮ ਹੈ, ਜਿਹਦਾ ਅਭਿਆਸ ਕੀਤਿਆਂ ਜਾਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਿਆਂ ਇਹ ਮਨ ਨੂੰ ਸਮਝਾ ਕੇ ਮੋੜਿਆ ਜਾ ਸਕਦਾ ਹੈ। ਕਿਉਂਕਿ ਮਨ ਆਪਣੇ ਰਸਤੇ ਤੋਂ ਖੁੰਝ ਗਿਆ, ਤੇ ਜਿਹੜਾ ਆਪਣੇ ਰਸਤੇ ਤੋਂ ਖੁੰਝ ਗਿਆ ਉਹ ਆਪਣਾ ਮਕਸਦ ਭੁੱਲ ਗਿਆ ਵੀ ਮੈਂ ਜਾਣਾ ਕਿਹੜੇ ਪਾਸੇ ਆ, ਮੇਰੀ ਮੰਜ਼ਿਲ ਕਿਹੜੀ ਹੈ। ਜਿਹੜਾ ਕੁਰਾਹੇ ਪੈ ਗਿਆ ਉਹ ਆਪਣੇ ਰਾਹ ਤੋਂ ਭਟਕ ਗਿਆ। ਇਹ ਮਨ ਨੂੰ ਭੁਲਾਇਆ ਕਿਨੇ ਹੈ? ਤ੍ਰੈ ਗੁਣੀ ਮਾਇਆ ਨੇ। ਭੁੱਲਾ ਮਨ ਮਾਇਆ ਉਰਝਾਇਓ। ਮਨ ਭੁੱਲ ਗਿਆ ਤੇ ਮਾਇਆ ਨੇ ਉਲਝਾ ਲਿਆ। ਹੁਣ ਇਸ ਤ੍ਰੈ ਗੁਣੀ ਮਾਇਆ ਦੇ ਜੰਜਾਲ ਵਿੱਚੋਂ ਜੇ ਕੋਈ ਕੱਢ ਸਕਦਾ ਹੈ ਤੇ ਉਹ ਕੇਵਲ ਪਰਮੇਸ਼ਵਰ ਵਾਹਿਗੁਰੂ ਹੈ। ਇਹ ਮਨ ਭੁੱਲਾ ਜਾਂਦਾ ਫੇਰੇ। ਇਹ ਜਿਹੜਾ ਭਟਕਦਾ ਮਨ ਹੈ, ਇਹਨੂੰ ਦੁਬਾਰਾ ਮੋੜ ਕੇ ਕੇਵਲ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੀ ਲਿਆ ਸਕਦਾ ਹੈ। ਅੰਮ੍ਰਿਤ ਬਾਣੀ ਸਿਉ ਚਿਤ ਲਾਏ। ਇਸ ਲਈ ਜਿਨ੍ਹਾਂ ਨੇ ਅੰਮ੍ਰਿਤਮਈ ਬਾਣੀ ਨਾਲ, ਆਤਮਿਕ ਜੀਵਨ ਦੇਣ ਵਾਲੀ ਬਾਣੀ ਦੇ ਨਾਲ ਆਪਣਾ ਚਿੱਤ ਲਾ ਲਿਆ, ਅੰਮ੍ਰਿਤ ਸ਼ਬਦ ਵਜਾਵਣਿਆ, ਉਹਦੇ ਅੰਦਰ ਫਿਰ ਸ਼ਬਦ ਦੀ ਧੁਨ ਵੱਜਦੀ ਹੈ। ਉਹਦੇ ਅੰਦਰ ਫਿਰ ਸ਼ਬਦ ਦਾ ਕੀਰਤਨ ਹੁੰਦਾ ਹੈ। ਉਹਦੇ ਅੰਦਰ ਫਿਰ ਸ਼ਬਦ ਦਾ ਸਾਜ਼ ਵੱਜਦਾ ਹੈ।
ਉਹਦੇ ਅੰਦਰ ਆਤਮਿਕ ਜੀਵਨ ਦੇਣ ਵਾਲਾ ਸ਼ਬਦ ਉਹਦੇ ਅੰਦਰ ਹਰ ਵੇਲੇ ਚੱਲਦਾ ਹੈ। ਕਿਹਦੇ ਅੰਦਰ? ਜਿਨੇ ਅੰਮ੍ਰਿਤ ਬਾਣੀ ਦੇ ਨਾਲ ਆਪਣਾ ਚਿੱਤ ਲਾ ਲਿਆ। ਚਿੱਤ ਜਿਹੜਾ ਹੈ ਇਹਨੂੰ ਹਰ ਵੇਲੇ ਚੇਤੇ ਹੈ। ਮਨ ਭੁੱਲਿਆ ਹੋਇਆ ਹੈ, ਮਨ ਨੂੰ ਚੇਤੇ ਕਰਾਉਣ ਦੀ ਲੋੜ ਹੈ, ਕਿਉਂਕਿ ਜਿਹੜਾ ਭੁੱਲਿਆ ਹੋਵੇ ਉਹਨੂੰ ਚੇਤੇ ਕਰਾਉਣਾ ਪੈਂਦਾ। ਜਿਹਨੂੰ ਚੇਤੇ ਹੈ ਉਹਨੂੰ ਚੇਤਾ ਕਰਾਉਣ ਦੀ ਲੋੜ ਨਹੀਂ। ਕਈ ਵਾਰ ਕਿਸੇ ਬੰਦੇ ਨੂੰ ਅਸੀਂ ਕੋਈ ਗੱਲ ਚੇਤੇ ਕਰਾਈਏ ਨਾ, ਤੇ ਹੁਣ ਜਿਹਨੂੰ ਚੇਤੇ ਆ ਉਹਨੇ ਕਹਿਣਾ ਵੀ ਮੈਨੂੰ ਯਾਦ ਹੈ, ਮੈਨੂੰ ਚੇਤੇ ਹੈ। ਤੇ ਜਿਹੜਾ ਭੁੱਲਿਆ ਹੋਵੇ ਉਹਨੂੰ ਚੇਤੇ ਕਰਾਈਏ ਤੇ ਉਹ ਕਹਿੰਦਾ ਤੇਰਾ ਧੰਨਵਾਦ, ਮੈਂ ਤੇ ਭੁੱਲਿਆ ਬੈਠਾ ਸੀ, ਤੂੰ ਮੈਨੂੰ ਚੇਤੇ ਕਰਵਾਤਾ। ਸਾਡਾ ਮਨ ਭੁੱਲਿਆ ਪਿਆ ਹੈ ਕਿ ਇਸ ਮਨ ਦੀ ਹੋਂਦ ਕਿਉਂ ਹੈ, ਕਿਹਦੇ ਤੋਂ ਹੈ, ਔਰ ਜਿਹਦੇ ਤੋਂ ਇਹਦੀ ਹੋਂਦ ਹੈ ਇਹ ਉਸਨੇ ਇਸ ਮਨ ਨੂੰ ਕਾਹਦੇ ਵਾਸਤੇ, ਇਹ ਸਰੀਰ ਦੇ ਨਾਲ ਜਿਹੜੀ ਇਹਦੀ ਅਟੈਚਮੈਂਟ ਹੈ ਉਹ ਕਾਹਦੇ ਵਾਸਤੇ ਹੈ। ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਦਾ ਸਰੂਪ ਹੈ। ਤੇਰੀ ਅਟੈਚਮੈਂਟ ਉਸ ਜੋਤ ਨਾਲ, ਆਤਮਿਕ ਜੋਤ ਨਾਲ ਹੋਣੀ ਚਾਹੀਦੀ ਹੈ। ਪਰ ਹੋਇਆ ਕਿ ਮਨ ਚਲਦਾ ਚਲਦਾ ਰਾਹ ਤੋਂ ਭਟਕ ਕੇ ਕੁਰਾਹੇ ਪੈ ਗਿਆ, ਇਹਦੀ ਸਾਂਝ ਸਰੀਰ ਨਾਲ ਬਣ ਗਈ। ਹੁਣ ਸਰੀਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲੱਗਾ ਹੋਇਆ, ਸਰੀਰ ਦੀਆਂ ਲੋੜਾਂ ਪੂਰਾ ਕਰਨ ਵਿੱਚ ਲੱਗਾ ਹੋਇਆ, ਔਰ ਮਨ ਨੂੰ ਕੇਵਲ ਸਰੀਰ ਦੇ ਦੁੱਖ ਦਰਦ ਦਾ ਹੀ ਪਤਾ ਹੈ। ਸਰੀਰ ਨੂੰ ਕੀ ਚਾਹੀਦਾ ਹੈ, ਅੱਖਾਂ ਨੂੰ ਕੀ ਚਾਹੀਦਾ ਹੈ, ਕੰਨਾਂ ਨੂੰ ਕੀ ਚਾਹੀਦਾ ਹੈ, ਰਸਨਾਂ ਨੂੰ ਕੀ ਚਾਹੀਦਾ ਹੈ, ਇਹ ਸਿਰਫ ਇਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਲੱਗਾ, ਤੇ ਸਰੀਰ ਦੇ ਦੁੱਖ ਸੁੱਖ ਦਾ ਹੀ ਇਹਨੂੰ ਪਤਾ ਹੈ। ਜਿਹਦਾ ਇਹ ਸਰੂਪ ਹੈ ਉਹਦੇ ਤੋਂ ਇਹ ਕਹਿੰਦੇ ਰਾਹ ਤੋਂ ਭਟਕ ਕੇ ਕੁਰਾਹੇ ਜਦੋਂ ਪੈ ਗਿਆ, ਇਹ ਆਪਣਾ ਮੂਲ ਭੁੱਲ ਗਿਆ। ਹੁਣ ਜਦੋਂ ਆਪਣਾ ਮੂਲ ਭੁੱਲ ਗਿਆ, ਉਹਦਾ ਜਿਹੜਾ ਦੁੱਖ ਦਰਦ ਸੀ ਇਹਨੂੰ ਹੁਣ ਸੁਣਾਈ ਨਹੀਂ ਦਿੰਦਾ। ਅਸੀਂ ਤਕਰੀਬਨ ਲਗਭਗ ਜਿਨ੍ਹਾਂ ਨੂੰ ਅੰਦਰ ਦੀ ਸੋਝੀ ਹੈ ਉਹ ਤੇ ਆਪਣੇ ਜੀਵ ਆਤਮਾ ਦੀ ਪੁਕਾਰ ਲੈ ਕੇ ਆਉਂਦੇ ਆ। ਜਿਨ੍ਹਾਂ ਨੂੰ ਅੰਦਰ ਦਾ ਗਿਆਨ, ਅੰਦਰ ਦੀ ਸੋਝੀ ਹੈ, ਜਾਂ ਜਿਨ੍ਹਾਂ ਦੇ ਮਨ ਨੂੰ ਸਮਝ ਆ ਗਈ, ਉਹ ਆਪਣੀ ਜੀਵ ਆਤਮਾ ਦਾ ਦੁੱਖੜਾ ਲੈ ਕੇ ਆਉਂਦੇ ਆ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਉ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਉਹ ਜਿਨ੍ਹਾਂ ਨੂੰ ਅੰਦਰ ਦੀ ਸੋਝੀ ਆ ਗਈ ਹੈ ਜੀਵ ਆਤਮਾ ਦੀ, ਮਨ ਨੂੰ, ਸਰੀਰ ਨੂੰ ਨਹੀਂ, ਮਨ ਕਰਕੇ ਜਿਹਨੂੰ ਸੋਝੀ ਆ ਗਈ ਹੈ, ਉਹ ਤਾਂ ਅੰਦਰ ਦੀ ਆਵਾਜ਼ ਸੁਣਦਾ ਹੈ ਕਿ ਅੰਦਰ ਦੀ ਜੀਵ ਇਸਤਰੀ ਕਹਿ ਰਹੀ ਹੈ, ਕਰਮਹੀਨ ਧਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ, ਸੁਹਾਗਣ ਦਾ ਅਰਥ ਹੈ ਗੁਰਮੁਖ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਜਿਹਦੇ ਮਨ ਨੂੰ ਸਮਝ ਆਈ ਉਹ ਆਪਣੀ ਜੀਵ ਆਤਮਾ ਦੀ ਪੁਕਾਰ ਨੂੰ ਸੁਣਦਾ ਹੈ, ਤੇ ਉਹੀ ਪੁਕਾਰ ਆ ਕੇ ਫਿਰ ਇੱਥੇ ਕਰਦਾ ਹੈ। ਤੇ ਜਿਹਨੂੰ ਹਜੇ ਮਨ ਕਰਕੇ ਆਪਣੇ ਮੂਲ ਦੀ ਸਮਝ ਨਹੀਂ ਆਈ, ਉਹ ਕੇਵਲ ਤੇ ਕੇਵਲ ਸਰੀਰ ਦੀਆਂ ਲੋੜਾਂ ਦੀ ਪੂਰਤੀ ਵਾਸਤੇ ਹੀ ਅਰਦਾਸ ਕਰਦਾ ਹੈ ਕਿ ਮੈਨੂੰ ਸਰੀਰ ਕਰਕੇ ਆ ਦੁੱਖ ਹੈ, ਆ ਰੋਗ ਹੈ, ਆ ਤਕਲੀਫ ਹੈ, ਆ ਸਰੀਰ ਕਰਕੇ ਮੈਨੂੰ ਧਨ ਪਦਾਰਥ ਚਾਹੀਦੇ ਆ। ਉਹ ਕੇਵਲ ਬਾਹਰੀ ਅਰਦਾਸ ਹੀ ਕਰਦਾ ਹੈ। ਇਸ ਲਈ ਗੁਰਬਾਣੀ ਜਦੋਂ ਪੜ੍ਹ ਕੇ ਆਪਾਂ ਸਮਝਾਂਗੇ ਤੇ ਸਾਡਾ ਮਨ ਸਮਝ ਜਾਏਗਾ, ਫਿਰ ਇਹਨੂੰ ਆਪਣੇ ਮੂਲ ਦੀ ਪਛਾਣ ਹੋਏਗੀ, ਔਰ ਆਪਣੇ ਮੂਲ ਦੇ ਕਲਿਆਣ ਵਾਸਤੇ ਹੀ ਇਹ ਫਿਰ ਅਰਦਾਸ ਬੇਨਤੀ ਕਰੇਗਾ। ਇਸ ਲਈ ਮਹਾਰਾਜ ਕਹਿੰਦੇ ਆ ਵੀ ਜਿਹਨੇ ਹੁਣ ਮਨ ਭੁੱਲੇ, ਮਨ ਨੂੰ ਚੇਤੇ ਕਿਹਨੇ ਕਰਾਉਣਾ ਹੈ? ਚਿੱਤ ਨੇ। ਕਿਉਂਕਿ ਚਿੱਤ ਵਿੱਚ ਬਾਣੀ ਜਿਹਦੇ ਵਸ ਗਈ ਹੈ, ਉਹਦੇ ਅੰਦਰ ਚਿੱਤ ਵਿੱਚ ਹਰ ਵੇਲੇ ਸ਼ਬਦ ਚੱਲ ਰਿਹਾ ਹੈ। ਉਹ ਮਨ ਨੂੰ ਹਲੂਣਾ ਦੇ ਰਿਹਾ ਵੀ ਮਨਾ, ਜਿਹੜੇ ਰਾਹ ਤੂੰ ਪਿਆ ਹੋਇਆ ਉਸ ਰਾਹ ਤੋਂ ਵਾਪਸ ਮੁੜ ਆ, ਕਿਉਂਕਿ ਇਸ ਰਾਹ ਚੱਲਦਿਆਂ ਤੈਨੂੰ ਕੋਈ ਮੰਜ਼ਲ ਨਹੀਂ ਮਿਲਣੀ।
ਇਹ ਰਾਹ ਤੇਰਾ ਖਤਮ ਹੀ ਕਦੇ ਨਹੀਂ ਹੋਣਾ। ਕਈ ਜਨਮ ਤੇਰੇ ਲੰਘ ਜਾਣਗੇ, ਕਿਉਂਕਿ ਪਹਿਲਾਂ ਵੀ ਕਈ ਜਨਮ ਲੰਘ ਗਏ ਨੇ, ਹਜੇ ਤੱਕ ਮੁਕਾਮ ਨਹੀਂ ਤੇ ਨਹੀਂ ਪਹੁੰਚ ਪਾਏ। ਜੇ ਮੁਕਾਮ ਤੇ ਪਹੁੰਚੇ ਹੁੰਦੇ ਤੇ ਆ ਜਨਮ ਨਹੀਂ ਸੀ ਹੋਣਾ। ਜੇ ਇਸ ਜਨਮ ਵਿੱਚ ਆਪਾਂ ਆਏ ਆ, ਇਹਦਾ ਮਤਲਬ ਹਜੇ ਮੁਕਾਮ ਤੇ ਨਹੀਂ ਪਹੁੰਚੇ, ਮੰਜ਼ਲ ਤੇ ਨਹੀਂ ਪਹੁੰਚੇ ਆ। ਜੇ ਪਹੁੰਚੇ ਹੁੰਦੇ ਫਿਰ ਸਾਨੂੰ ਇਹ ਜਨਮ ਨਹੀਂ ਸੀ ਮਿਲਣਾ। ਇਸ ਲਈ ਜਿਹਨੂੰ ਸਮਝ ਆ ਗਈ ਹੈ ਉਹ ਤੇ ਅਰਦਾਸ ਇਹੀ ਕਰਦਾ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੈ ਕਹਿ ਰਵਿਦਾਸ, ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੈ। ਇਸ ਲਈ ਮਹਾਰਾਜ ਕਹਿੰਦੇ ਆ ਵੀ ਜਿਹਦੇ ਚਿੱਤ ਵਿੱਚ ਆਤਮਿਕ ਜੀਵਨ ਦੇਣ ਵਾਲੀ ਬਾਣੀ ਵਸ ਗਈ, ਉਹਦੇ ਅੰਦਰ ਫਿਰ ਸ਼ਬਦ ਦੀ ਧੁਨ ਹਰ ਵੇਲੇ ਚੱਲਦੀ ਹੈ। ਉਹਦੇ ਅੰਦਰ ਫਿਰ ਸ਼ਬਦ ਜਿਹੜਾ ਇਹਦਾ ਰਸ ਹਰ ਵੇਲੇ ਬਣਿਆ ਰਹਿੰਦਾ ਹੈ। ਖੋਟੇ ਖਰੇ ਤੁਧ ਆਪ ਉਪਾਏ, ਤੁਧ ਆਪੇ ਪਰਖੇ ਲੋਕ ਸਬਾਏ, ਖਰੇ ਪਰਖ ਖਜ਼ਾਨੇ ਪਾਹੇ, ਖੋਟੇ ਭਰਮ ਭੁਲਾਵਣਿਆ। ਛੇਵੇਂ ਪਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਹੜੇ ਦੁਨੀਆ ਵਿੱਚ ਦੋ ਪ੍ਰਕਾਰ ਦੇ ਜੀਵ ਨੇ, ਇੱਕ ਉਹ ਨੇ ਜਿਹੜੇ ਖੋਟੇ ਨੇ ਮਨ ਦੇ, ਔਰ ਇੱਕ ਉਹ ਨੇ ਜਿਹੜੇ ਖਰੇ ਨੇ। ਇੱਕ ਗੁਰਮੁਖ ਨੇ, ਇੱਕ ਮਨਮੁਖ ਨੇ। ਇੱਕ ਜਿਹੜੇ ਨੇ ਚੰਗੇ ਰਾਹ ਤੁਰਨ ਵਾਲੇ ਔਰ ਇੱਕ ਮਾੜੇ ਰਾਹ ਤੁਰਨ ਵਾਲੇ। ਇਹ ਦੋ ਪ੍ਰਕਾਰ ਦੇ ਜੀਵ ਨੇ, ਪਰ ਮਾਲਕ ਜੀ ਦੋਵਾਂ ਨੂੰ ਪੈਦਾ ਤੁਸੀਂ ਹੀ ਕੀਤਾ ਹੈ। ਦੋਵਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਹੈ ਪਰਮੇਸ਼ਵਰ, ਜਨਮਦਾਤਾ ਇੱਕੋ ਹੀ ਹੈ ਪਰਮੇਸ਼ਵਰ। ਹੁਣ ਧਿਆਨ ਰੱਖਿਓ, ਪਰਮੇਸ਼ਵਰ ਨੇ ਖੋਟੇ ਤੇ ਖਰੇ ਪੈਦਾ ਨਹੀਂ ਕੀਤੇ। ਪਰਮੇਸ਼ਵਰ ਨੇ ਸਾਰੇ ਹੀ ਜੀਵ ਪੈਦਾ ਕੀਤੇ ਨੇ। ਖੋਟੇ ਤੇ ਖਰੇ ਅਸੀਂ ਜਨਮ ਤੋਂ ਬਾਅਦ ਹੁੰਨੇ ਆ। ਜਿਵੇਂ ਜਿਵੇਂ ਮਾਇਆ ਦਾ ਪ੍ਰਭਾਵ ਸਾਡੇ ਮਨ ਤੇ ਪੈਂਦਾ ਹੈ, ਇਹ ਤੇ ਕੋਈ ਦੋ ਰਾਵਾਂ ਨਹੀਂ, ਪ੍ਰਭਾਵ ਤੇ ਅੱਖਾਂ ਖੁੱਲਦੀਆਂ ਹੀ ਪੈ ਗਿਆ। ਅੱਖਾਂ ਖੁੱਲਦਿਆਂ ਸਾਰ ਹੀ ਪ੍ਰਭਾਵ ਪੈ ਗਿਆ। ਹੁਣ ਤੇ ਐਸੇ ਐਸੇ ਬੱਚੇ ਜਨਮ ਲੈ ਰਹੇ ਆ, ਡਾਕਟਰ ਜਦੋਂ ਸਰਚ ਕਰਦੇ ਆ ਤੇ ਪਤਾ ਲੱਗਦਾ ਹੈ ਕਿ ਪ੍ਰਭਾਵ ਤੇ ਮਾਤਾ ਦੀ ਕੁੱਖ ਵਿੱਚ ਹੀ ਬੱਚੇ ਨੂੰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕੁੱਖ ਨੂੰ ਭਾਗ ਲੱਗ ਜਾਏ ਤੇ 8-9 ਮਹੀਨੇ ਦਾ ਸਮਾਂ ਜਿਹੜਾ ਹੁੰਦਾ ਹੈ, ਉਸ 9 ਮਹੀਨੇ ਦੇ ਸਮੇਂ ਦੇ ਵਿੱਚ ਜੋ ਮਾਂ ਨੇ ਵੇਖਣਾ, ਸੁਣਨਾ, ਸੋਚਣਾ, ਖਾਣਾ ਪੀਣਾ, ਉਹ ਸਾਰਾ ਪ੍ਰਭਾਵ ਉਸ ਬੱਚੇ ਤੇ ਪੈਂਦਾ ਹੈ। ਉਹ ਸਾਰਾ ਅਸਰ ਉਸ ਬੱਚੇ ਤੇ ਹੈ। ਪਿਛਲੇ ਦਿਨੀ ਇਹ ਵੀ ਸਾਂਝ ਪਾਈ ਸੀ ਕਿ ਇੱਕ ਬੱਚਾ ਜਨਮ ਲੈਂਦਾ ਹੈ ਤੇ ਮੋਬਾਈਲ ਤੋਂ ਬਿਨਾਂ ਨਹੀਂ ਰਹਿੰਦਾ, ਮਾਂ ਤੋਂ ਬਿਨਾਂ ਰਹਿ ਜਾਂਦਾ ਹੈ। ਮਾਂ ਆਸੇ ਹਾਲਾਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਬੱਚੇ ਤੋਂ ਮਾੜਾ ਜਿਹਾ ਵੀ ਮਾਂ ਪਾਸੇ ਹੋਵੇ ਤੇ ਉਹਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਜਦੋਂ ਮਾਂ ਸਾਹਮਣੇ ਆਵੇ ਤੇ ਚੁੱਪ ਕਰ ਜਾਂਦਾ ਹੈ। ਪਰ ਅੱਜ ਕੱਲ ਦੇ ਜਿਹੜੇ ਬੱਚੇ ਜਨਮ ਲੈਂਦੇ ਆ, ਉਹਨਾਂ ਨੂੰ ਮਾਂ ਦੀ ਲੋੜ ਨਹੀਂ, ਉਹਨਾਂ ਨੂੰ ਮੋਬਾਈਲ ਦੀ ਲੋੜ ਹੈ। ਉਹ ਮੋਬਾਈਲ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਨਾਲ ਹੀ ਉਹਨਾਂ ਦੀ ਅਟੈਚਮੈਂਟ ਇੰਨੀ ਬਣ ਚੁੱਕੀ ਹੈ ਵੀ ਮਾਂ ਨਹੀਂ ਸਾਹਮਣੇ ਹੋਣੀ ਚਾਹੀਦੀ, ਮੋਬਾਈਲ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਉਸ 8-9 ਮਹੀਨੇ ਦੇ ਸਮੇਂ ਵਿੱਚ ਮਾਂ ਨੇ ਨਾ ਦਿਨ ਵੇਲੇ ਮੋਬਾਈਲ ਛੱਡਿਆ, ਨਾ ਰਾਤ ਵੇਲੇ ਛੱਡਿਆ। ਉਹ ਫਿਰ ਜਿਹੜੀਆਂ ਮੋਬਾਈਲ ਦੀਆਂ ਕਿਰਨਾਂ ਸੀ, ਉਹਦਾ ਅਸਰ ਬੱਚੇ ਤੇ ਇੰਨਾ ਪੈ ਗਿਆ, ਜਨਮ ਲੈਂਦਿਆਂ ਸਾਰ ਉਹਨੂੰ ਲੋੜ ਮਹਿਸੂਸ ਹੋਈ, ਜ਼ਰੂਰਤ ਮਹਿਸੂਸ ਹੋਈ। ਇਸ ਤਰ੍ਹਾਂ ਦੀ ਵੀ ਬੱਚੇ ਪੈਦਾ ਹੋ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬੱਚੇ ਦਾ ਪਹਿਲਾ ਸੰਸਕਾਰ ਜਿਹੜਾ ਬਣਦਾ ਹੈ ਉਹ ਮਾਤਾ ਦੇ ਪੇਟ ਵਿੱਚ ਬਣਦਾ ਹੈ, ਮਾਤਾ ਦੀ ਕੁੱਖ ਵਿੱਚ ਬਣਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਜੋ ਸਮਝਾਉਣ ਦਾ ਯਤਨ ਕੀਤਾ ਕਿ ਉਹਨੇ ਜੀਵ ਕੋਈ ਮਨੁੱਖ ਮਾੜਾ ਨਹੀਂ ਪੈਦਾ ਕੀਤਾ ਪਰਮੇਸ਼ਵਰ ਨੇ।
ਕਿਸੇ ਵੀ ਮਨੁੱਖ ਨੂੰ ਖੋਟਾ ਪੈਦਾ ਨਹੀਂ ਕੀਤਾ ਹੈ। ਇਹ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਤੇ ਜਦੋਂ ਅੱਖਾਂ ਖੋਲੀਆਂ ਸਮਾਜ ਵਿੱਚ ਤੇ ਜਿੱਦਾਂ ਦੇ ਸਮਾਜ ਵਿੱਚ ਰਿਹਾ ਵਿਚਰਿਆ, ਜਿੱਦਾਂ ਦੀਆਂ ਸਿੱਖਿਆਵਾਂ ਮਿਲੀਆਂ ਉਦਾਂ ਦਾ ਹੀ ਹੋ ਗਿਆ। ਕੋਈ ਖੋਟਾ ਹੋ ਗਿਆ ਤੇ ਕੋਈ ਖਰਾ ਹੋ ਗਿਆ। ਪਰ ਗੁਰੂ ਅਮਰਦਾਸ ਜੀ ਕਹਿੰਦੇ ਮੈਂ ਦੋ ਪ੍ਰਾਣੀ ਵੇਖ ਰਿਹਾ, ਖੋਟੇ ਤੇ ਖਰੇ, ਪਰ ਇਹ ਦੋਵਾਂ ਨੂੰ ਉਹ ਜਿਹੜਾ ਪੈਦਾ ਕਰਨ ਵਾਲਾ ਇੱਕੋ ਹੀ ਹੈ, ਪਰਮੇਸ਼ਵਰ। ਫਿਰ ਬੇਨਤੀ ਕਰਾਂ, ਪੈਦਾ ਜੀ ਪਰਮੇਸ਼ਵਰ ਨੇ ਕੀਤਾ ਹੈ, ਪਰ ਉਹਨੇ ਖੋਟੇ ਤੇ ਖਰੇ ਪੈਦਾ ਨਹੀਂ ਕੀਤੇ। ਇਹ ਤਾਂ ਜਦੋਂ ਜਨਮ ਤੋਂ ਬਾਅਦ ਜਿੱਦਾਂ ਦਾ ਸਾਡੇ ਮਨ ਤੇ ਪ੍ਰਭਾਵ ਪੈਂਦਾ ਫਿਰ ਅਸੀਂ ਖੋਟੇ ਤੇ ਖਰੇ ਹੁੰਦੇ ਹਾਂ। ਉਹਨੇ ਕਿਸੇ ਨੂੰ ਮਨਮੁਖ ਤੇ ਗੁਰਮੁਖ ਬਣਾ ਕੇ ਪੈਦਾ ਨਹੀਂ ਕੀਤਾ। ਇਹ ਤੇ ਜਿੱਦਾਂ ਦੀ ਪਰਵਰਿਸ਼ ਹੋਏਗੀ, ਜਿੱਦਾਂ ਦੇ ਮਾਹੌਲ ਵਿੱਚ ਅਸੀਂ, ਜਿੱਦਾਂ ਦੀ ਸੰਗਤ ਮਿਲੇਗੀ, ਉਸੇ ਤਰ੍ਹਾਂ ਦਾ ਸਾਡੇ ਮਨ ਤੇ ਪ੍ਰਭਾਵ ਪੈਣਾ। ਇਸ ਲਈ ਮਹਾਰਾਜ ਕਹਿੰਦੇ ਦੋ ਤਰ੍ਹਾਂ ਦੇ ਜੀਵ ਨੇ, ਖੋਟੇ ਖਰੇ। ਪਰ ਭਾਵੇਂ ਕੋਈ ਖੋਟਾ ਭਾਵੇਂ ਕੋਈ ਖਰਾ, ਤੁਧ ਆਪ ਉਪਾਏ। ਇਹ ਸਾਰੇ ਜੀਵ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ। ਹਾਂ, ਪਰਖਣ ਵਾਲੇ ਤੁਸੀਂ, ਜੇ ਪੈਦਾ ਤੁਹਾਡੇ ਕੀਤੇ ਆ ਤੇ ਪਰਖਣ ਵਾਲੇ ਵੀ ਤੁਸੀਂ ਆਪ ਹੋ। ਅਸੀਂ ਨਹੀਂ ਪਰਖ ਸਕਦੇ ਵੀ ਖੋਟਾ ਕੌਣ ਹੈ ਤੇ ਖਰਾ ਕੌਣ ਹੈ, ਕਿਉਂਕਿ ਜਿਹੜੀ ਸਾਡੀ ਅੱਖ ਹੈ ਨਾ, ਇਹ ਬਾਹਰੀ ਜੀਵਨ ਵੇਖ ਰਹੀ ਹੈ, ਇਹ ਅੰਦਰ ਦਾ ਜੀਵਨ ਨਹੀਂ ਵੇਖ ਰਹੀ। ਤੇ ਬਾਹਰੀ ਜੀਵਨ ਵੇਖ ਕੇ ਅਸੀਂ ਖੋਟੇ ਨੂੰ ਖਰਾ ਕਹਿ ਰਹੇ ਹਾਂ, ਅਸੀਂ ਖਰੇ ਨੂੰ ਖੋਟਾ ਕਹਿ ਰਹੇ ਹਾਂ। ਜਿਹੜੀ ਸਾਡੀ ਬਾਹਰ ਦੀ ਅੱਖ ਹੈ ਨਾ, ਇਹ ਬਾਹਰ ਦਾ ਜੀਵਨ ਵੇਖ ਕੇ ਖੋਟੇ ਨੂੰ ਖਰਾ ਕਹੀ ਜਾਂਦੀ ਹੈ, ਖਰੇ ਨੂੰ ਖੋਟਾ ਕਹੀ ਜਾਂਦੀ ਹੈ, ਮਾੜੇ ਨੂੰ ਚੰਗਾ ਕਹੀ ਜਾਂਦੀ ਹੈ, ਚੰਗੇ ਨੂੰ ਮਾੜਾ ਕਹੀ ਜਾਂਦੀ ਹੈ। ਇਹ ਸਾਡੀ ਬਾਹਰ ਦੀ ਅੱਖ ਜਿਹੜੀ ਹੈ, ਇਹ ਸੱਚ ਨੂੰ ਝੂਠ ਮੰਨੀ ਜਾਂਦੀ ਹੈ ਤੇ ਝੂਠ ਨੂੰ ਸੱਚ ਮੰਨੀ ਜਾਂਦੀ ਹੈ। ਇਸ ਲਈ ਫੈਸਲਾ ਮਾਲਕ ਨੇ ਕਰਨਾ ਹੈ ਕਿ ਕਿਹੜਾ ਖੋਟਾ ਤੇ ਕਿਹੜਾ ਖਰਾ ਹੈ, ਕਿਉਂਕਿ ਜਿਹੜੀ ਮਾਲਕ ਦੀ ਅੱਖ ਹੈ, ਉਹਨੇ ਸਾਡਾ ਬਾਹਰ ਦਾ ਇਹ ਪਹਿਰਾਵਾ, ਬਾਹਰ ਦਾ ਰੂਪ ਨਹੀਂ ਵੇਖਣਾ। ਉਹਨਾਂ ਨੇ ਸਾਡਾ ਚਿੱਤਰ ਨਹੀਂ, ਚਰਿੱਤਰ ਵੇਖ ਕੇ ਫੈਸਲਾ ਕਰਨਾ ਹੈ। ਸਾਡੇ ਚਿੱਤਰ ਨੇ ਫੈਸਲਾ ਨਹੀਂ ਕਰਨਾ, ਸਾਡੇ ਚਰਿੱਤਰ ਨੇ, ਸਾਡੇ ਆਚਰਣ ਨੇ, ਸਾਡੇ ਕਰੈਕਟਰ ਨੇ ਫੈਸਲਾ ਕਰਨਾ ਹੈ ਕਿ ਇਹ ਖੋਟਾ ਹੈ ਕਿ ਖਰਾ। ਹੁਣ ਕਿਸੇ ਦੇ ਮੱਥੇ ਤੇ ਤਾਂ ਲਿਖਿਆ ਨਹੀਂ ਇਹ ਕਿੱਦਾਂ ਦਾ ਇਹਦਾ ਕਰੈਕਟਰ ਹੈ, ਇਹਦਾ ਆਚਰਣ ਕਿੱਦਾਂ ਦਾ ਹੈ, ਇਹਦਾ ਜੀਵਨ ਕਿੱਦਾਂ ਦਾ ਹੈ। ਇਸ ਲਈ ਇਹ ਫੈਸਲਾ ਮਾਲਕ ਨੇ ਕਰਨਾ ਹੈ। ਤੇ ਜਦੋਂ ਮਾਲਕ ਆਪ ਪਰਖਦੇ ਆ, ਫਿਰ ਖਰੇ ਖਜ਼ਾਨੇ ਪਾਈਏ, ਖੋਟੇ ਸਟੀਏ ਬਾਹਰ ਬਾਹਰ। ਫਿਰ ਉਹ ਪਰਖਦਾ ਨਾ, ਜਦੋਂ ਉਹ ਫਿਰ ਖਰਿਆਂ ਨੂੰ ਖਜ਼ਾਨੇ ਵਿੱਚ ਰਲਾ ਲੈਂਦਾ ਤੇ ਖੋਟਿਆਂ ਨੂੰ ਫਿਰ ਸੰਸਾਰ ਦੇ ਵਿੱਚ ਛੱਡ ਦਿੰਦਾ ਹੈ ਭਟਕਣ ਵਾਸਤੇ, ਕਿਉਂਕਿ ਤੁਸੀਂ ਹਜੇ ਖਰੇ ਨਹੀਂ ਹੋ ਸਕੇ। ਸਾਨੂੰ ਜਦੋਂ ਇਦਾਂ ਦੀ ਵਿਚਾਰ ਆਵੇ ਤੇ ਸੋਚਿਆ ਕਰੋ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਸਰਾ ਕਿਉਂ ਦਿੱਤਾ ਹੈ? ਖੋਟਿਆਂ ਨੂੰ ਖਰਾ ਕਰਨ ਵਾਸਤੇ। ਸਤਿਗੁਰ ਖੋਟਿਓ ਖਰੇ ਕਰੇ। ਮਨ ਦੇ ਜਿਹੜੇ ਖੋਟੇ ਨੇ, ਉਹ ਗੁਰਬਾਣੀ ਇਸੇ ਲਈ ਦਿੱਤੀ ਹੈ ਕਿ ਬਾਣੀ ਦਾ ਅਭਿਆਸ ਕਰੋ, ਬਾਣੀ ਦੀ ਵਿਚਾਰ ਨਾਲ ਜੁੜੋ, ਤਾਂ ਕਿ ਤੁਹਾਡੇ ਮਨ ਦੀ ਖੋਟ ਨਿਕਲ ਜਾਏ। ਜਿੰਨਾ ਚਿਰ ਅੰਦਰ ਦੀ ਸੋਝੀ ਨਹੀਂ ਨਾ ਆਏਗੀ, ਉਹਨਾਂ ਚਿਰ ਗੱਲ ਨਹੀਂ ਬਣਨੀ। ਮੇਰੇ ਵਰਗਾ ਸਾਰੀ ਦਿਹਾੜੀ ਮੂੰਹੋਂ ਕਹੀ ਜਾਂਦਾ ਹੈ ਮੈਂ ਬੜਾ ਵੱਡਾ ਪੁੰਨੀ ਹਾਂ, ਬਹੁਤ ਵੱਡਾ ਪੁੰਨੀ ਹਾਂ, ਮੇਰੇ ਵਰਗਾ ਖਰਾ ਬੰਦਾ ਕੋਈ ਨਹੀਂ। ਕਈ ਕਹਿੰਦੇ ਆ ਮੇਰੇ ਵਰਗਾ ਖਰਾ ਬੰਦਾ ਕੋਈ ਨਹੀਂ। ਤੇ ਗੁਰਬਾਣੀ ਕਹਿੰਦੀ ਆ ਵੀ ਇੱਕ ਵਾਰੀ ਗੁਰਬਾਣੀ ਦਾ ਅਭਿਆਸ ਕਰਕੇ ਨਾ ਅੰਦਰ ਝਾਤੀ ਮਾਰੀ, ਤੈਨੂੰ ਪਤਾ ਲੱਗ ਜਾਏਗਾ ਤੇਰੇ ਤੋਂ ਵੱਡਾ ਖੋਟਾ ਕੋਈ ਨਹੀਂ ਹੈ। ਤੂੰ ਕਹਿੰਦਾ ਮੈਂ ਪੁੰਨੀ ਬੜਾ, ਬਹੁਤ ਵੱਡਾ ਪੁੰਨੀ ਆ, ਤੇ ਕਿਤੇ ਗੁਰਬਾਣੀ ਦੀ ਰੋਸ਼ਨੀ 'ਚ ਅੰਦਰ ਝਾਤੀ ਮਾਰੀ, ਤੇਰੇ ਤੋਂ ਵੱਡਾ ਪਾਪੀ ਕੋਈ ਨਹੀਂ ਹੋਣਾ। ਹੁਣ ਅੰਦਰ ਨਹੀਂ ਨਾ ਝਾਤ ਵੱਜਦੀ, ਝਾਤ ਤੇ ਦੂਜਿਆਂ ਦੇ ਵੱਜਦੀ ਹੈ, ਫਲਾਣਾ ਇਦਾਂ ਦਾ ਹੈ, ਫਲਾਣਾ ਇਦਾਂ ਦਾ ਹੈ, ਆਪਣੇ ਨਹੀਂ ਝਾਤੀ ਵੱਜਦੀ। ਪਰ ਸਾਨੂੰ ਆਖਿਆ ਗੁਰਬਾਣੀ ਦੀ ਰੋਸ਼ਨੀ ਵਿੱਚ ਆਪ ਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਜਿਸ ਦਿਨ ਦੇਖ ਲਏਗਾ ਉਸ ਦਿਨ ਤੇਰੇ ਅੱਖਾਂ ਵਿੱਚ ਅਥਰੂ ਆ ਜਾਣਗੇ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਨਵਤ ਨਾਨਕ
ਤਾਰੈ ਸੋਏ। ਇਸ ਲਈ ਖਰਾ ਕੌਣ ਹੈ, ਖੋਟਾ ਕੌਣ ਹੈ, ਇਹ ਫੈਸਲਾ ਮਾਲਕ ਨੇ ਕਰਨਾ ਹੈ। ਪੁੰਨੀ ਕੌਣ ਹੈ, ਪਾਪੀ ਕੌਣ ਹੈ, ਇਹਦਾ ਫੈਸਲਾ ਮਾਲਕ ਨੇ ਕਰਨਾ ਹੈ, ਸਾਡਾ ਆਚਰਣ ਵੇਖ ਕੇ, ਸਾਡਾ ਚਰਿੱਤਰ ਵੇਖ ਕੇ। ਨਹੀਂ ਤੇ ਬਾਹਰੋਂ ਤਾਂ ਭੁਲੇਖੇ ਫਿਰ ਪੈਂਦੇ ਹੀ ਨੇ। ਬਾਹਰੋਂ ਤਾਂ ਬੰਦਾ ਭੁਲੇਖਾ ਫਿਰ ਖਾਈ ਜਾਂਦਾ। ਜਦੋਂ ਧੋਖਾ ਖਾਂਦਾ ਹੈ ਫਿਰ ਕਹਿੰਦਾ ਵੀ ਮੈਂ ਤੇ ਸੋਚਿਆ ਸੀ ਵੀ ਇਹ ਬੜਾ ਵੱਡਾ ਭਲਾ ਮਾਨਸ ਹੈ, ਪਰ ਵਿੱਚੋਂ ਨਿਕਲਿਆ ਤੇ ਕੁਝ ਹੋਰ। ਅਕਸਰ ਧੋਖੇ ਅਸੀਂ ਤਾਂ ਹੀ ਖਾਂਦੇ ਹਾਂ। ਮਹਾਰਾਜ ਕਹਿੰਦੇ ਇਹ ਜਿਹੜੇ ਜੀਵ ਨੇ, ਕੋਈ ਖੋਟਾ ਹੈ, ਕੋਈ ਖਰਾ ਹੈ, ਵਾਹਿਗੁਰੂ ਜੀ ਤੁਹਾਡੇ ਹੀ ਪੈਦਾ ਕੀਤੇ ਹੋਏ ਨੇ। ਇਸ ਲਈ ਇਹਨਾਂ ਨੂੰ ਪਰਖਣ ਵਾਲੇ ਵੀ ਤੁਸੀਂ ਆਪ ਹੀ ਹੋ। ਗੁਰੂ ਅਮਰਦਾਸ ਮਹਾਰਾਜ ਜੀ ਵੇਲੇ ਭਾਈ ਰਾਮਾ ਤੇ ਭਾਈ ਜੇਠਾ ਜੀ ਦੋਵੇਂ ਬੜੀ ਸੇਵਾ ਕਰਦੇ ਆ, ਪਰ ਦੋਵਾਂ ਦੇ ਅੰਦਰ ਦੀ ਸੋਚ ਕੀ ਹੈ ਇਹ ਸੰਗਤਾਂ ਨਹੀਂ ਜਾਣਦੀਆਂ। ਤੇ ਸੰਗਤਾਂ ਕਹਿੰਦੀਆਂ ਵੀ ਹੁਣ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਭਾਈ ਰਾਮਾ ਜੀ ਨੂੰ ਗੁਰੂ ਅਮਰਦਾਸ ਜੀ ਦੇਣਗੇ, ਕੋਈ ਕਹਿੰਦਾ ਨਹੀਂ ਗੁਰੂ ਰਾਮਦਾਸ ਜੀ ਨੂੰ ਦੇਣਗੇ। ਫੈਸਲਾ ਨਹੀਂ ਹੋਇਆ। ਆਖਿਆ ਗੁਰੂ ਅਮਰਦਾਸ ਜੀ ਤੁਸੀਂ ਫੈਸਲਾ ਕਰੋ। ਤੇ ਗੁਰੂ ਅਮਰਦਾਸ ਜੀ ਕਹਿੰਦੇ ਤੁਸੀਂ ਕੇਵਲ ਸੇਵਾ ਵੇਖ ਕੇ ਹੀ ਫੈਸਲਾ ਕਰ ਰਹੇ ਹੋ ਨਾ, ਪਰ ਮੈਂ ਜਿਸ ਥੜੇ ਤੇ ਰੱਬੀ ਜੋਤ ਨੂੰ ਟਿਕਾਉਣਾ ਹੈ ਮੈਂ ਉਹ ਥੜਾ ਵੇਖਣਾ ਵੀ ਤਿਆਰ ਹੋਇਆ ਕਿ ਨਹੀਂ ਹੋਇਆ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਆ ਬੌਲੀ ਸਾਹਿਬ, ਆਪਾਂ ਜਦੋਂ ਗੋਇੰਦਵਾਲ ਸਾਹਿਬ ਜਾਂਦੇ ਆ ਉਹਦੇ ਬਿਲਕੁਲ ਨਾਲ ਥੜਾ ਸਾਹਿਬ ਬਣਵਾਉਣ ਵਾਸਤੇ ਮਹਾਰਾਜ ਨੇ ਦੋਵਾਂ ਨੂੰ ਆਖਿਆ ਸਵੇਰੇ ਆਉਂਦੇ ਆ ਸ਼ਾਮ ਨੂੰ ਢਵਾ ਦਿੰਦੇ ਆ। ਇੱਕ ਦਿਨ, 2 ਦਿਨ, 3 ਦਿਨ, ਤੀਜੇ ਦਿਨ ਫਿਰ ਭਾਈ ਰਾਮਾ ਜੀ ਦੇ ਮੱਥੇ ਵੱਟ ਪੈ ਗਿਆ। ਧਿਆਨ ਰੱਖਿਓ ਜਿਹੜਾ ਸੇਵਾ ਕਰਦੇ ਆ ਮੱਥੇ ਵੱਟ ਪਾ ਲਵੇ ਉਹ ਦਿਲੋਂ ਸੇਵਾ ਨਹੀਂ ਕਰਦਾ। ਇਹ ਹਕੀਕਤ ਹੈ। ਕਿਸੇ ਨੂੰ ਸੇਵਾ ਕਰਦੇ ਨੂੰ ਤੁਸੀਂ ਮਾੜਾ ਜਿਹਾ ਕਹਿ ਕੇ ਵੇਖੋ ਵੀ ਭਾਈ ਆਹ ਸੇਵਾ ਇਦਾਂ ਨਹੀਂ ਇਦਾਂ, ਤੇ ਜੇ ਤਾਂ ਉਹਨੇ ਮੱਥੇ ਵੱਟ ਪਾ ਲਿਆ ਤੇ ਅੱਖਾਂ ਕਰ ਲਈਆਂ ਲਾਲ ਤੇ ਗੁੱਸੇ ਵਿੱਚ ਆ ਕੇ ਤੁਹਾਨੂੰ ਦੇਵੇ ਜਵਾਬ, ਫਿਰ ਸਮਝ ਲੈਣਾ ਇਹ ਦਿਲੋਂ ਸੇਵਾ ਨਹੀਂ ਕਰਦਾ, ਇਹ ਸੇਵਾ ਦਾ ਦਿਖਾਵਾ ਕਰ ਰਿਹਾ ਹੈ। ਕਿਉਂਕਿ ਜਿਹੜਾ ਦਿਲੋਂ ਸੇਵਾ ਕਰਦਾ ਉਹਦੇ ਮੱਥੇ ਕਦੇ ਵੱਟ ਨਹੀਂ ਜੇ ਪੈਂਦਾ। ਉਹਦੀ ਰਸਨਾ ਤੇ ਕਦੇ ਕ੍ਰੋਧ ਵਾਲੇ ਬੋਲ ਉਹਦੀ ਰਸਨਾ ਤੋਂ ਨਹੀਂ ਨਿਕਲਦੇ, ਉਹ ਤਾਂ ਅੰਦਰੋਂ ਪਿਆਰ ਨਾਲ ਭਿੱਜਿਆ ਹੁੰਦਾ ਹੈ। ਸੇਵਾ ਤੇ ਭਾਂਡੇ ਨੂੰ ਅੰਦਰੋਂ ਨਿਮਰਤਾ ਨਾਲ ਭਰਦੀ ਹੈ, ਅੰਦਰ ਨਿਮਰਤਾ ਦਾ ਰਸ ਭਰਦੀ ਹੈ। ਹੁਣ ਮੇਰੇ ਵਰਗਾ ਗੁਟਕਾ ਸਾਹਿਬ ਲੈ ਕੇ ਪਾਠ ਕਰ ਰਿਹਾ ਤੇ ਕਿਸੇ ਨੇ ਆ ਕੇ ਆਖਿਆ ਵੀ ਭਾਈ ਸਾਹਿਬ ਆ ਗੁਟਕਾ ਸਾਹਿਬ ਇਦਾਂ ਪਕੜੋ ਤੇ ਪੈਰਾਂ ਨੂੰ ਹੱਥ ਨਹੀਂ ਲਾਈਦੇ, ਬਾਰ-ਬਾਰ ਪੈਰਾਂ ਦਾ ਅੰਗੂਠਾ ਨਹੀਂ ਮੱਲੀਦਾ, ਤੇ ਆਹ ਪੰਗਤੀ ਇਦਾਂ ਨਹੀਂ ਇਦਾਂ ਪੜ੍ਹਨੀ ਹੈ। ਤੇ ਮੈਂ ਗੁਟਕਾ ਸਾਹਿਬ ਰੱਖ ਕੇ ਤੇ ਉਹਦੇ ਗਲ ਪੈ ਜਾਵਾਂ, ਉਹਨੂੰ ਖਰੀਆਂ ਸੁਣਾ ਦੇਵਾਂ, ਬੜਾ ਕੁਝ ਸੁਣਾ ਦਿਆਂ, ਤੇ ਫਿਰ ਮੇਰੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੋਇਆ? ਬਾਣੀ ਪੜ੍ਹਨ ਦਾ ਕੀ ਲਾਭ ਹੋਇਆ? ਬਾਣੀ ਦਾ ਤੇ ਇੱਕ ਕਿਣਕਾ ਵੀ ਅੰਦਰ ਨਹੀਂ ਗਿਆ। ਅੰਦਰ ਤੇ ਉਸੇ ਤਰ੍ਹਾਂ ਕ੍ਰੋਧ ਭਰਿਆ ਪਿਆ, ਹੰਕਾਰ ਭਰਿਆ ਪਿਆ। ਤੇ ਜੇ ਕੋਈ ਆ ਕੇ ਕਹਿੰਦਾ ਤੇ ਹੱਥ ਜੋੜ ਕੇ ਕਹਿੰਦੇ ਸ਼ੁਕਰ ਹੈ, ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਬੈਠਣ ਦੀ ਜਾਚ, ਗੁਟਕਾ ਸਾਹਿਬ ਪਕੜਨ ਦੀ ਜਾਚ, ਬਾਣੀ ਪੜ੍ਹਨ ਦੀ ਜਾਚ ਸਿਖਾਤੀ, ਉਹ ਫਿਰ ਅੰਦਰ ਬਾਣੀ ਨਾਲ ਜੁੜਿਆ ਹੋਇਆ ਹੈ। ਬਸ ਇਹੀ ਅੰਦਾਜ਼ਾ ਆਪਾਂ ਲਾ ਸਕਦੇ ਹਾਂ। ਇਸ ਲਈ ਗੁਰੂ ਅਮਰਦਾਸ ਜੀ ਨੇ ਜਦੋਂ ਤੀਜਾ ਦਿਨ ਤੇ ਭਾਈ ਰਾਮਾ ਜੀ ਦੇ ਮੱਥੇ ਵੱਟ ਪੈ ਗਿਆ, ਕਹਿੰਦੇ ਅੱਜ ਨਹੀਂ ਮੈਂ ਸਤਿਗੁਰੂ ਥੜਾ ਢਾਉਣਾ, ਮੈਂ ਸਾਰੀ ਦਿਹਾੜੀ ਲਾ ਕੇ ਮਿਹਨਤ ਨਾਲ ਥੜਾ ਬਣਾਉਣਾ, ਤੇ ਤੁਸੀਂ ਆ ਕੇ ਮਿੰਟਾਂ ਵਿੱਚ ਥੜਾ ਢਵਾ ਦਿੰਦੇ ਹੋ। ਅਸਲ 'ਚ ਤੁਹਾਡੀ ਉਮਰ ਵੱਡੀ ਹੋ ਗਈ ਹੈ। ਪਰ ਭਾਈ ਜੇਠਾ ਜੀ ਦੇ ਮੱਥੇ ਵੱਟ ਨਹੀਂ ਸੀ ਪਿਆ, ਹੱਥ ਜੁੜ ਗਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮੈਂ ਮੂਰਖ ਹਾਂ, ਅਣਜਾਣ ਹਾਂ, ਮੈਨੂੰ ਥੜਾ ਬਣਾਉਣ ਦੀ ਜਾਚ ਕੋਈ ਨਹੀਂ ਹੈ। ਤੇ ਅਸੀਂ ਦੱਸਦੇ ਹਾਂ ਵੀ ਸੇਵਾ ਮੈਨੂੰ ਹੀ ਕਰਨੀ ਆਉਂਦੀ ਹੈ, ਕਿਸੇ ਹੋਰ ਨੂੰ ਆਉਂਦੀ ਕੋਈ ਨਹੀਂ। ਅਸੀਂ ਦਾਅਵੇ ਕਰਦੇ ਹਾਂ ਕਿ ਬਾਣੀ ਮੈਨੂੰ ਹੀ ਪੜ੍ਹਨੀ ਆਉਂਦੀ ਹੈ, ਕਿਸੇ ਹੋਰ ਨੂੰ ਨਹੀਂ। ਅਸੀਂ ਦਾਅਵੇ ਕਰ ਕਰਕੇ ਆਪਸ ਵਿੱਚ ਉਲਝ ਰਹੇ ਹਾਂ, ਝਗੜ ਰਹੇ ਹਾਂ, ਆਪਸ ਦੇ ਵਿੱਚ ਵੰਡੀਆਂ ਪਾ ਕੇ ਬੈਠੇ ਹੋਏ ਹਾਂ। ਤਾਂ ਹੀ ਤੇ ਇੰਨੇ ਕਮਜ਼ੋਰ ਹੋਏ ਹਾਂ ਵੀ ਕੋਈ ਵੀ ਸਾਡੇ ਬਾਣੇ ਤੇ ਆ ਕੇ
किंतु परंतु कर जांदा है, कोई साडी बाणी ते इतिहास ते किंतु परंतु। कारण की है? अपने अपने दावियां दी मोहर ला के बैठे हुए हैं। आपस विच ही असीं खिंडे पए हैं, धड़े बना के अपने अपने बैठे हुए हैं। एक दूजे नाल असीं रल मिल के बैठण नूं तैयार नहीं। एक सोसाइटी दूसरी सोसाइटी वालियां दे नाल मिल के बैठण नूं तैयार नहीं। एक धड़ा दूजे धड़े नाल मिल के बैठण नूं तैयार नहीं। डांगां सोटे चुकण नूं तैयार हां, किरपानां एक दूजे उत्ते चलाउण नूं असीं तैयार हां, पर मिल बैठ के विचार करन नूं तैयार नहीं हां। यही कारण है कि असीं अपने अपने दावे कर रहे हैं कि मैनू ही सेवा करनी आउंदी है, किसी होर नूं नहीं। मैनू ही बाणी पढ़नी आउंदी है, किसी होर नूं नहीं। मैनू ही कथा करनी आउंदी है, किसी होर नूं नहीं। मैनू ही पता इहदा अर्थ की है, किसी होर नूं नहीं पता। बस ये साडा बहुत वड्डा एक घाटा सानू पै भी चुका है ते पै भी रहा है। जे अज भी असीं एक मुठ ना होए तां, अज भी एकजुट असीं ना इकत्तर होए। सानू ते कहा सी होए इकत्तर मिलो मेरे भाई, दुबदा दूर करो लिव लाए। ते असीं सगों दुबदा आप ही पैदा करके इकत्तर कित्थे हो रहे हैं। नफरत भरी पई है साडी अपनियां दी अपनियां दे प्रति। एक दूजे दी गल बर्दाश्त नहीं कर रहे, सुन नहीं रहे। इक्को ही कारण है कि अपना अपने दावे दी मोहर ला रहे हैं, पर यह नहीं पता साडी कौम दा नुकसान कितना हो रहा है। साडे बच्चे साडे तो दूर हो रहे हैं, सिੱਖੀ तो दूर हो रहे हैं, गुरु घर तो बाणी तो दूर हो रहे हैं। ये नहीं असी सोच रहे, पर अपने होमे दी मोहर ला के असी बैठे हुए हैं। आउण वाली पीढ़ी का की बनेगा असी ये नहीं सोच रहे। असी 4 दिन की जिंदगी जी के तुर जाएंगे, उस तो बाद की नतीजे निकलने हैं असी ये गल्लां नहीं सोच रहे। बस होमे दा किला साडे गड्ढिया होया है। फिर बांस चंदन दी संगत करके भी सुगंधी नहीं लैंदा, ना झुकदा है, आकड़िया रहिंदा है ते एक दिन टुट के सड़ बल जांदा है। इसलिए सानू दावे छड्ड के ते इकत्तर हो के दुबदा दूर करके गुरबाणी दा रस लेना चाहिए। नहीं तो फिर मालिक ने तो एक दिन अपनी तकड़ी च रख के परख ही लेना है। भाई जेठा जी दे मथे वट नहीं सी पिया, उन्हें आख्या सतगुरु जी तुसी आप सिर ते हथ रख के ते मैनू बल दिओ ताकि थड़ा बनाउण दी जाच आ जाए। मेरे कोलों नहीं बनना, तू मेरी मत थोड़ी है, तुसी अपनी मत दे के मेरे ते किरपा करो। ते दूजे पासे भाई रामा जी कहंदे भी मेरे कोलों हुण होर नहीं बनना, तुहाडी उम्र 70-72 दी हो गई है, भाव वडेरी उम्र दे हो गए हो, ते मैं हुण ये थड़ा नहीं ढाउणा। परख हो गई ना भी अंदर दी भावना किन्नी कु जिहड़ी है गुरु अमरदास जी दे परथाए किन्नी कु भावना अंदर रख के बैठा है। इसलिए बाहरों देखण नूं जीव जिहड़े दिसदे आ, ये सानू असी खोटे नू खरा कह देंगे, खरे नू खोटा कह देंगे, पर असल परख ते मालिक ने साडे अंदर दा जीवन वेख के करनी है। इसलिए वो खरियां नू खजाने विच रला लैंदा है ते खोटियां नू फिर इस संसार विच भेजदा। क्यों? ताकि दोबारा गुरु वाले बन के तुसी खोटियों खरे हो सको। खोटे खरे तुद आप उपाए, तुद आपे परखे, लोक सभाए। सारे लोक सभाए मैंने सारे आप ही परखण वाले हो। खरे परख खजाने पाए है। खरे जड़े परख दे हो उन्होंने परख के अपने खजाने विच रला लेंदे हो। खोटे भरम भुलावणिया, ते खोटियां नू फिर तुसी जिहड़ा संसार विच भेजदे हो वो भुले भटके इस संसार दे विच भटकदे रहिंदे हन। क्यों कर वेखा क्यों सलाही, गुर प्रसादी शब्द सलाही। तेरे पाणे विच अमृत वसै,
ਤੂੰ ਭਾਣੈ ਅੰਮ੍ਰਿਤ ਪਿਆਵਣਿਆ। ਇਸ ਲਈ ਹੈ ਮੇਰੇ ਮਾਲਕ ਵਾਹਿਗੁਰੂ ਜੀ, ਮੈਂ ਆਪਣੀ ਅੱਖ ਨਾਲ ਤੁਹਾਨੂੰ ਕਿਵੇਂ ਵੇਖਾਂ? ਬਾਹਰੀ ਅੱਖ ਨਾਲ ਤੇ ਕੇਵਲ ਮੈਨੂੰ ਦੁਨੀਆ ਦਿਸਦੀ ਹੈ, ਔਰ ਕਿਵੇਂ ਮੈਂ ਤੁਹਾਡੀ ਸਿਫਤ ਸਲਾਹ ਕਰਾਂ? ਮੇਰੀ ਇੰਨੀ ਮਤ ਨਹੀਂ ਹੈ, ਮੇਰੀ ਇੰਨੀ ਬੁੱਧੀ ਕੰਮ ਨਹੀਂ ਕਰਦੀ, ਕਿਉਂਕਿ ਮੇਰੀ ਅਕਲ ਤੇ ਪਰਦਾ ਪਿਆ ਹੋਇਆ ਹੈ। ਮੈਂ ਕਿਵੇਂ ਤੁਹਾਡੀ ਸਿਫਤ ਸਲਾਹ ਕਰਾਂ, ਕਿਵੇਂ ਤੁਹਾਨੂੰ ਵੇਖਾਂ? ਹਾਂ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਜੇ ਗੁਰੂ ਦੀ ਕਿਰਪਾ ਹੋ ਜਾਏ। ਪ੍ਰਸਾਦੀ ਕਿਰਪਾ, ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਦਾ ਸ਼ਬਦ ਮਿਲ ਜਾਏ, ਫਿਰ ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਨਾਲ ਜੁੜ ਕੇ, ਕਿਉਂਕਿ ਦੱਦੇ ਨੂੰ ਸਿਹਾਰੀ ਹੈ ਸ਼ਬਦ ਦੇ, ਸ਼ਬਦ ਦੁਆਰਾ, ਸ਼ਬਦ ਰਾਹੀਂ, ਸ਼ਬਦ ਵਿੱਚ ਜੁੜ ਕੇ ਸਲਾਹੀ ਮੈਂ ਤੁਹਾਡੀ ਸਿਫਤ ਸਲਾਹ ਕਰ ਸਕਦਾ। ਜੇ ਗੁਰੂ ਤਰੁੱਠ ਕੇ ਮੈਨੂੰ ਸ਼ਬਦ ਦੀ ਦਾਤ ਦੇ ਦੇਣ ਤਾਂ ਸ਼ਬਦ ਨਾਲ ਜੁੜ ਕੇ ਮੈਂ ਤੁਹਾਡੀ ਸਿਫਤ ਕਰ ਸਕਦਾ ਹਾਂ, ਕਿਉਂਕਿ ਸਿਫਤ ਕਰਨ ਤੋਂ ਪਹਿਲਾਂ ਗੁਰੂ ਦਾ ਸ਼ਬਦ ਸਾਨੂੰ ਮਾਲਕ ਦੇ ਭਾਣੇ ਵਿੱਚ ਰਹਿਣਾ ਸਿਖਾਉਂਦਾ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿਖਾਉਂਦਾ ਹੈ। ਤੇ ਜਦੋਂ ਮਾਲਕ ਜੀ ਤੁਹਾਡੇ ਭਾਣੇ, ਤੁਹਾਡੇ ਹੁਕਮ, ਤੁਹਾਡੀ ਰਜ਼ਾ ਦੇ ਵਿੱਚ ਰਾਜ਼ੀ ਹੋ ਕੇ ਚੱਲਦੇ ਆ, ਫਿਰ ਪਤਾ ਲੱਗਦਾ ਵੀ ਅੰਮ੍ਰਿਤ ਤਾਂ ਤੁਹਾਡੇ ਭਾਣੇ ਦੇ ਵਿੱਚ ਹੈ, ਤੁਹਾਡੇ ਹੁਕਮ ਦੇ ਵਿੱਚ ਹੈ। ਇਹ ਸੰਸਾਰ ਹੈ ਤਾਂ ਪਰਮੇਸ਼ਵਰ ਦਾ ਹੀ ਬਣਾਇਆ ਹੋਇਆ ਨਾ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਤੇ ਕੁਦਰਤ ਤਾਂ ਮਾੜੀ ਨਹੀਂ ਬਣਾਈ ਪਰਮਾਤਮਾ ਨੇ, ਪਰਮਾਤਮਾ ਨੇ ਤੇ ਕੁਦਰਤ ਬੜੀ ਸੋਹਣੀ ਬਣਾਈ ਸੀ, ਪਰ ਕਈਆਂ ਲਈ ਇਹ ਅੰਮ੍ਰਿਤ ਬਣ ਗਈ ਤੇ ਕਈਆਂ ਲਈ ਇਹ ਜ਼ਹਿਰ ਬਣ ਗਈ। ਹੁਣ ਜ਼ਹਿਰ ਕਿਹਨਾਂ ਲਈ ਬਣੀ? ਜਿਹੜੇ ਉਹਦੇ ਭਾਣੇ ਤੋਂ ਬਾਹਰ ਹੋ ਗਏ, ਜਿਹੜੇ ਉਹਦੇ ਹੁਕਮ ਤੋਂ ਬਾਹਰ ਹੋ ਗਏ। ਜਿਹੜੇ ਉਹਦੇ ਭਾਣੇ ਵਿੱਚ ਚੱਲਦੇ ਆ ਉਹਨਾਂ ਲਈ ਤਾਂ ਅੱਜ ਵੀ ਕੁਦਰਤ ਵਿੱਚ ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ। ਜਿਹੜੇ ਉਹਦੇ ਭਾਣੇ ਤੋਂ ਬਾਹਰ ਹੋ ਕੇ ਚੱਲਦੇ ਆ ਉਹਨਾਂ ਲਈ ਜ਼ਹਿਰ ਹੈ। ਇਸ ਲਈ ਆਖਿਆ ਮਾਲਕ ਜੀ, ਗੁਰੂ ਦੇ ਸ਼ਬਦ ਰਾਹੀਂ ਹੀ ਤੁਹਾਡੀ ਸਿਫਤ ਸਲਾਹ ਹੋ ਸਕਦੀ ਹੈ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ। ਇਹ ਵਾਹਿਗੁਰੂ ਜੀ, ਤੁਹਾਡੇ ਭਾਣੇ ਵਿੱਚ ਰਹਿ ਕੇ ਅੰਮ੍ਰਿਤ ਸਾਡੀ ਜ਼ਿੰਦਗੀ ਵਿੱਚ ਵਸਦਾ ਹੈ, ਸਾਡੇ ਮਨ ਵਿੱਚ ਵਸਦਾ ਹੈ, ਕਿਉਂਕਿ ਤੂੰ ਭਾਣੇ ਅੰਮ੍ਰਿਤ ਪਿਆਵਣਿਆ। ਜਿਹੜੇ ਤੇਰੇ ਭਾਣੇ ਵਿੱਚ, ਤੇਰੇ ਹੁਕਮ ਵਿੱਚ, ਤੇਰੀ ਰਜ਼ਾ ਵਿੱਚ ਤੁਰਦੇ ਆ, ਉਹਨਾਂ ਨੂੰ ਤੂੰ ਆਪ ਹੀ ਅੰਮ੍ਰਿਤ ਪਿਆਉਂਦਾ ਹੈ। ਭਾਵ ਉਹਨਾਂ ਨੂੰ ਗੁਰੂ ਦੇ ਰਾਹੀਂ, ਸ਼ਬਦ ਰਾਹੀਂ ਅੰਮ੍ਰਿਤ ਰਸ ਤੂੰ ਆਪ ਹੀ ਮਾਲਕ ਜੀ ਪਿਆਉਂਦੇ ਹੋ, ਜਿਹੜੇ ਤੁਹਾਡੇ ਭਾਣੇ ਵਿੱਚ ਤੁਰਦੇ ਨੇ, ਤੁਹਾਡੀ ਰਜ਼ਾ ਵਿੱਚ ਤੁਰਦੇ ਹਨ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ। 8ਵੇਂ ਪਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਕਿ ਜਿਹੜਾ ਇਹ ਸ਼ਬਦ ਹੈ ਇਹ ਆਤਮਿਕ ਜੀਵਨ ਦੇਣ ਵਾਲਾ ਹੈ। ਜਿਹੜੀ ਹਰੀ ਦੀ ਬਾਣੀ ਹੈ ਇਹ ਅੰਮ੍ਰਿਤ ਰਸ ਦੇ ਨਾਲ ਭਰਪੂਰ ਹੈ। ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੰਡੇ ਦੀ ਪੌਲ ਤਿਆਰ ਕੀਤੀ ਹੈ, ਜਿਹਨੂੰ ਅਸੀਂ ਅੰਮ੍ਰਿਤ ਕਹਿੰਦੇ ਹਾਂ, ਤੇ ਖੰਡੇ ਦੀ ਪੌਲ ਵਿੱਚੋਂ ਜਿਹੜਾ ਅੰਮ੍ਰਿਤ ਨਿਕਲਿਆ ਉਹ ਇਕੱਲੇ ਪਾਣੀ ਤੇ ਪਤਾਸਿਆਂ ਦਾ ਨਹੀਂ ਹੈ। ਅਸਲ ਵਿੱਚ ਉਹ ਪਤਾਸੇ ਤਾਂ ਮਿਠਾਸ ਵਾਸਤੇ ਨੇ। ਉਸ ਪਾਣੀ ਦੇ ਵਿੱਚ ਗੁਰਬਾਣੀ ਜਿਹੜੀ ਆ ਉਹਦਾ ਸੁਮੇਲ ਕੀਤਾ ਗਿਆ, ਕਿਉਂਕਿ ਅੰਮ੍ਰਿਤ ਰਸ ਗੁਰਬਾਣੀ ਦੇ ਵਿੱਚ ਹੈ। ਤੇ ਗੁਰਬਾਣੀ ਦੇ ਪਾਠ ਜਾਪ ਤੋਂ ਬਿਨਾ ਕੋਈ ਵੀ ਜਿਹੜਾ ਉਹ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ। ਖੰਡੇ ਦੀ ਪੌਲ ਜਿਹੜੀ 5 ਪਿਆਰੇ ਤਿਆਰ ਕਰਦੇ ਆ, ਉਹ ਗੁਰਬਾਣੀ ਤੋਂ ਬਿਨਾ ਤਿਆਰ ਹੀ ਨਹੀਂ ਹੋ ਸਕਦੀ, ਕਿਉਂਕਿ ਅੰਮ੍ਰਿਤ ਤਾਂ ਗੁਰਬਾਣੀ ਦੇ ਵਿੱਚ ਹੈ ਤੇ ਗੁਰਬਾਣੀ ਦਾ ਸੁਮੇਲ ਹੀ ਉਸ ਜਲ ਨੂੰ ਅੰਮ੍ਰਿਤ ਬਣਾਉਂਦਾ ਹੈ। ਜੋ ਖੰਡੇ ਦੀ ਪੌਲ ਅਸੀਂ ਲੈ ਕੇ
ਆਪਣੇ ਜੀਵਨ ਨੂੰ ਜਿਉਣ ਦੀ ਜਾਚ ਸਿੱਖਦੇ ਹਾਂ। ਇਹ ਅੰਮ੍ਰਿਤ ਪੀ ਕੇ ਹੀ ਸਾਨੂੰ ਆਤਮਿਕ ਜੀਵਨ ਮਿਲਣਾ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਸਦਾ ਚਿਰ ਜੀਵੋ ਕਿਹਨੂੰ ਕਿਹਾ? ਸਰੀਰ ਨੂੰ ਨਹੀਂ, ਆਤਮਿਕ ਤਲ ਤੇ, ਇਨਸਾਨੀਅਤ ਦੇ ਤਲ ਤੇ, ਜ਼ਮੀਰ ਦੇ ਤਲ ਤੇ ਤੁਸੀਂ ਸਦਾ ਜਿਉਂਦੇ ਰਹੋਗੇ। ਫਿਰ ਕਿਸੇ ਦੇ ਹੱਥਾਂ ਤੋਂ ਵਿਕੋਗੇ ਨਹੀਂ, ਕਿਸੇ ਦੇ ਹੱਥਾਂ ਤੋਂ ਨਹੀਂ ਤੁਸੀਂ ਵਿਕੋਗੇ। ਕਿਸੇ ਨੇ ਲਿਖਿਆ ਬੜਾ ਸੋਹਣਾ, ਕਹਿੰਦੇ ਅੱਜ ਦਾ ਮਾਹੌਲ ਵੇਖ ਕੇ ਇਦਾਂ ਲੱਗਦਾ ਵੀ ਗੋਰੇ ਸਿੱਖ ਬਣੀ ਜਾਂਦੇ ਆ ਤੇ ਸਿੱਖ ਈਸਾਈ ਬਣੀ ਜਾਂਦੇ ਆ, ਕਿਉਂਕਿ ਉਹਨਾਂ ਨੂੰ ਅੰਮ੍ਰਿਤ ਬਾਣੀ ਦੇ ਰਸ ਦਾ ਪਤਾ ਨਹੀਂ ਨਾ। ਜਿਨ੍ਹਾਂ ਨੂੰ ਗੁਰਬਾਣੀ ਦਾ ਪਤਾ ਹੀ ਨਹੀਂ ਹੈ ਗੁਰਬਾਣੀ ਕੀ ਹੈ, ਉਹ ਫਿਰ ਆਪਣਾ ਰਾਹ ਛੱਡ ਕੇ ਦੂਜੇ ਰਾਹ ਪੈ ਜਾਂਦੇ ਆ। ਤੇ ਜਿਨ੍ਹਾਂ ਨੂੰ ਗੁਰਬਾਣੀ ਦਾ ਅਸੀਂ ਕਦੀ ਉਮੀਦ ਹੀ ਨਹੀਂ ਲਾਈ ਹੋਏਗੀ ਕਿ ਕਦੇ ਗੋਰੇ ਅੰਗਰੇਜ਼ ਜਿਹੜੇ ਨੇ ਉਹ ਵੀ ਕਦੇ ਬਾਣੇ ਤੇ ਬਾਣੀ ਦੇ ਰੰਗ ਵਿੱਚ ਰੰਗ ਸਕਦੇ ਆ। ਪਰ ਅੱਜ ਜਦੋਂ ਉਹਨਾਂ ਨੂੰ ਬਾਣੇ ਬਾਣੀ ਦੇ ਰੰਗ ਵਿੱਚ ਰੰਗਿਆ, ਉਹਨਾਂ ਨੂੰ ਗੁਰਬਾਣੀ ਕੀਰਤਨ ਕਰਦਿਆਂ, ਉਹਨਾਂ ਨੂੰ ਗੁਰਬਾਣੀ ਦੀ ਵਿਚਾਰ ਕਰਦਿਆਂ ਸੁਣੀਦਾ ਨਾ, ਤੇ ਬੜਾ ਆਪਣੇ ਆਪ ਦੇ ਵਿੱਚ ਵੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਜਿਹੜਾ ਲਾਹਾ ਅਸੀਂ ਨਹੀਂ ਘਰ ਵਿੱਚ ਰਹਿ ਕੇ ਲੈ ਸਕੇ, ਉਹ ਬਾਹਰੋਂ ਆ ਕੇ ਘਰ ਵਿੱਚ ਆ ਕੇ ਤੇ ਲਾਹਾ ਉਹਨਾਂ ਨੇ ਲੈ ਲਿਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰਬਾਣੀ ਦੇ ਵਿੱਚ ਅੰਮ੍ਰਿਤ ਰਸ ਹੈ। ਉਹ ਅੰਮ੍ਰਿਤ ਰਸ ਸਾਨੂੰ ਮਹਾਰਾਜ ਨੇ ਖੰਡੇ ਦੀ ਪੌਲ ਦੇ ਵਿੱਚ ਦਿੱਤਾ ਹੈ। ਅਸੀਂ ਫਿਰ ਗੁੰਮਰਾਹ ਹੋ ਗਏ। ਸਾਨੂੰ ਕਿਸੇ ਨੇ ਸ਼ਰਬਤ ਘੋਲ ਕੇ ਦਿੱਤਾ ਤੇ ਕਿਸੇ ਨੇ ਕੁਝ ਘੋਲ ਕੇ ਦਿੱਤਾ, ਅਸੀਂ ਉਹਨੂੰ ਹੀ ਅੰਮ੍ਰਿਤ ਸਮਝ ਲਿਆ। ਕਿਉਂ? ਕਿਉਂਕਿ ਅਸੀਂ ਜ਼ਹਿਰ ਨੂੰ ਵੀ ਅੰਮ੍ਰਿਤ ਹੀ ਸਮਝਦੇ ਹਾਂ। ਆ ਜਿਹੜੇ ਜ਼ਹਿਰ ਪੀਂਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਉਹ ਕਹਿੰਦੇ ਸਾਡੇ ਲਈ ਤਾਂ ਇਹੀ ਅੰਮ੍ਰਿਤ ਹੈ। ਇਸ ਲਈ ਮਹਾਰਾਜ ਕਹਿੰਦੇ ਅੰਮ੍ਰਿਤ ਕਿੱਥੇ ਹੈ? ਅੰਮ੍ਰਿਤ ਸ਼ਬਦ ਵਿੱਚ ਹੈ। ਆਤਮਿਕ ਜੀਵਨ ਦੇਣ ਵਾਲਾ ਰਸ ਸ਼ਬਦ ਵਿੱਚ ਹੈ। ਆਤਮਿਕ ਜੀਵਨ ਦੇਣ ਵਾਲਾ ਰਸ ਬਾਣੀ ਦੇ ਵਿੱਚ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ 부ਜੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਅੰਮ੍ਰਿਤ ਸ਼ਬਦ, ਅੰਮ੍ਰਿਤ ਹਰ ਬਾਣੀ, ਆਤਮਿਕ ਜੀਵਨ ਦੇਣ ਵਾਲਾ ਰਸ ਬਾਣੀ ਦੇ ਵਿੱਚ, ਔਰ ਬਾਣੀ ਦੇ ਰਾਹੀਂ ਜਿਹੜਾ ਸ਼ਬਦ ਮਿਲਿਆ ਹੈ ਸਾਨੂੰ, ਉਹਦੇ ਵਿੱਚ ਆਤਮਿਕ ਜੀਵਨ ਦੇਣ ਵਾਲਾ ਰਸ ਹੈ। ਪਰ ਇਹ ਹੁਣ ਆਪਣੇ ਹਿਰਦੇ 'ਚ ਸਮਾਏਗਾ ਕਿਵੇਂ? ਕਹਿੰਦੇ ਸਤਿਗੁਰ ਸੇਵਿਐ। ਸੇਵਿਐ ਦੇ ਵਾਵੇ ਨੂੰ ਸਿਹਾਰੀ ਤੇ ਐੜੇ ਨੂੰ ਦੁਲਾਵਾਂ। ਜਦੋਂ ਤੁਸੀਂ ਸਤਿਗੁਰ ਦਾ ਆਸਰਾ ਲਓਗੇ, ਜਦੋਂ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਆਓਗੇ, ਇਹ ਅੰਮ੍ਰਿਤ ਰਸ ਬਾਜ਼ਾਰਾਂ ਦੇ ਵਿੱਚ ਨਹੀਂ ਵਿਕਦਾ। ਇਹ ਅੰਮ੍ਰਿਤ ਰਸ ਤੁਹਾਨੂੰ ਅਧੂਰੀਆਂ ਥਾਵਾਂ ਤੇ ਨਹੀਂ ਜੇ ਮਿਲਣਾ। ਇਹ ਅੰਮ੍ਰਿਤ ਰਸ ਮਿਲਣਾ ਤੇ ਸਤਿਗੁਰ ਕੋਲੋਂ ਮਿਲਣਾ। ਉਹ ਸਤਿਗੁਰ ਜਿਹਨੇ ਸਤਿਪੁਰਖ ਨੂੰ ਜਾਣਿਆ ਹੈ, ਉਸ ਸਤਿਗੁਰੂ ਕੋਲੋਂ ਤੁਹਾਨੂੰ ਰਸ ਮਿਲਣਾ ਜਿਹੜਾ ਆਪ ਪਰਮੇਸ਼ਵਰ ਨੇ ਬਣਾਇਆ ਹੈ। ਸਤਿਗੁਰੂ ਨਾਨਕ ਪ੍ਰਗਟ ਹੁੰਦੇ ਆ ਤੇ ਕਿਹਨੇ ਪ੍ਰਗਟ ਕੀਤਾ? ਆਪ ਨਿਰੰਕਾਰ ਨੇ। ਜੇ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਦੇ ਰੂਪ ਵਿੱਚ ਸਾਨੂੰ ਮਿਲੇ ਆ ਤੇ ਕਿਹਦੀ ਆਗਿਆ ਵਿੱਚ ਮਿਲੇ ਆ? ਇਹ ਸਾਡੇ ਕੋਈ ਵੱਡੇ ਵਡੇਰੇ, ਅੱਜ ਜਠੇਰਿਆਂ ਦੀਆਂ ਥਾਵਾਂ ਬਥੇਰੀਆਂ ਬੜੀਆਂ ਨੇ। ਬੜੇ ਸਾਡੇ ਵੱਡੇ ਵਡੇਰਿਆਂ ਦੇ ਕਹਿੰਦੇ ਜੀ ਆ ਸਾਡੇ ਪੁਸ਼ਤਾਂ ਤੋਂ ਹੀ ਗੁਰੂ ਅਸੀਂ ਮੰਨਦੇ ਆ ਰਹੇ ਹਾਂ, ਇਸ ਲਈ ਤੁਸੀਂ ਵੀ ਅੱਗੋਂ ਮੰਨੋ। ਬੱਚੇ ਭਾਵੇਂ ਮੰਨਣ ਨੂੰ ਤਿਆਰ ਨਾ ਹੋਣ, ਪਰ ਉਹਨਾਂ ਨੂੰ ਧੱਕੇ ਨਾਲ ਮਨਾਇਆ ਜਾਂਦਾ ਹੈ। ਪਰ ਇੱਥੇ ਕੀ ਹੈ? ਇੱਥੇ ਸਤਿਗੁਰੂ ਨੂੰ ਮੰਨਣਾ ਹੈ। ਪਰ ਕਿਉਂ? ਕਿਉਂਕਿ ਇਹ ਆਗਿਆ ਅਕਾਲ ਪੁਰਖ ਦੀ ਹੈ। ਇਹ ਅਕਾਲ ਪੁਰਖ ਦੀ ਆਗਿਆ ਦੇ ਵਿੱਚ ਹੈ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਸ ਸਤਿਗੁਰੂ ਨਾਲ ਜੋੜਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਦਾ ਨਾਮ ਸਤਿਗੁਰ ਹੈ ਉਹਨੇ ਸਤਿਪੁਰਖ ਨੂੰ ਜਾਣਿਆ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ।
परमेश्वर दा अपना कोई रूप रंग चक्कर चैन नहीं है, इसलिए अपना एक दूसरा रूप है जिन्हों सतगुरु कहते हैं। इसलिए साहब कहते अमृत जिहड़ा है शब्द विच बाणी विच है, पर जिन्हां ने सतगुर दा आसरा लिया, सतगुर ने उन्हां उत्ते किरपा कीती तां हृदय समाणी, तां ये आत्मक जीवन देण वाला ये शब्द विच जिहड़ा रस है, ये रस उन्हां दे हिरदियां विच समाउंदा है। जिहड़े सतगुरु दी शरण विच आउंदे ने, जिहड़े सतगुरु दा आसरा लैंदे ने, जिहड़े कहंदे ने तुमरी शरण तुम्हारी आसा, तुम ही सज्जन सहेले, राखो राखण हार दयाला, नानक घर के गोले। ਉਹ फिर सतगुरु उन्हां ते त्रुटदे ने, उन्हां दे हिरदे विच अमृत शब्द अमृत हर बाणी जिहड़ी है उन्हां दे हिरदे विच वस जांदी है। नानक गुरु अमरदास महाराज जी कह रहे ने, अमृत नाम सदा सुख दाता। जिहड़ा ये अमृत नाम है ये सदा लई सानू सुख देण वाला है। जां जिहड़ा सुखां दा दाता है ना, ये सुखां दे दाते दा नाम अमृत दे रस नाल भरपूर है। इहदे दो अर्थ कर सकदे हां सुख दाता। जिहड़ा अमृत दा नाम है, अमृत रस नाल भरपूर नाम है, ये सानू सदा सुख देण वाला है। हर को नाम सदा सुखदाई, जां को सिमर अजामल उदरियो गनका हूँ गत पाई। और दूसरा अर्थ ये हो सकता है भी सुख दाता, जिहड़ा सुखां दा दाता वाहिगुरू है ना, उहदा नाम अमृत रस नाल भरपूर है। ते साहब जी कहंदे अरदास भी तुसीं सुखां दे दाते अगे करिया करो, क्योंकि साडी बेनतियां भी पता नहीं किदे किदे अगे हुंदियां ने। जदों दुनिया विच वेखीदा ना कोई किसे अगे मूँह करके खलोता, कोई किसे अगे, इहदा मतलब उन्होंने हजे सोझी होई नहीं है। सुख दाता पै भंजनो तिस आगे कर, अरदास मेहर करे जिस मेहरबान, तां कारज आवे रास। इसलिए गुरु अमरदास महाराज जी कहते ने, अमृत नाम जिस नाम विच अमृत रस आत्मक जीवन देण वाला रस है, सदा सुख दाता, ये नाम तुहानू सदा सुख देण वाला है। पी अमृत सब भुख लै जावणिया। हे वाहिगुरु जी, जिहड़े तुहाडे नाम विचों अमृत रस पींदे ने, उन्हां दी सारी भुख अंदरों दी लै जांदी है। उन्हां दे मन अंदर सबर ते संतोख आ जाता है, उन्हां दा मन अंदर तृप्त हो जाता है। जिहड़े गुरबाणी दा रस पींदे ने, ते जिन्हां नूं मालक जी गुरु दे राहीं त्रुट के नाम दा रस पिआउंदे आ, उन्हां दे मन दीयां सारियां भुखां मिट जांदियां। फिर वो सबर ते संतोख वाले संतुष्ट हो के परमेश्वर दे नाम दा रस दिन रात माणदे ने। फिर उन्हां दा ध्यान होर रस वाले पासे नूं नहीं जांदा, क्योंकि उन्हां नूं पता है कि जिहड़े अन्न रस ने, इन्हां ने सानू कदे तृप्त ना कीता ते ना कर सकदे आ। जिहड़ा साडे मन नूं संतुष्ट कर सकदा है, वो केवल ते केवल रब्बी बाणी ते ये पवित्र नाम दा रस है। इनू असीं पीण दा यतन करिए, गुरु साहब जी की किरपा दे पात्र बणीए, अपने होमे हंकार दा त्याग करिए ते अपना आपा गुरु ग्रंथ साहब जी अगे समर्पण करिए, ताकि सतगुरु दी शरण विच आके गुर प्रसादी शब्द सालाही असीं गुरु दी किरपा नाल शब्द दे विचों उस मालक दी सिफत कर सकीए। फिर होवै सिफत खसम दी नूर अरसों कुरसों झट्टिए, तुद डिठै सच्चे पातशाह मल जन्म जन्म दी कट्टिए, तां जन्मा जन्मा दी मल अंदरों कट्टी जाएगी। इसलिए सतगुरु जी अगे भावना सहित बेनती करिए कि सतगुरु तुहाडी शरण विच आए आ,
ਇਹ ਸ਼ਬਦ ਜਿਹੜਾ ਅੰਮ੍ਰਿਤ ਰਸ ਨਾਲ ਭਰਪੂਰ ਹੈ, ਇਹ ਨਾਮ ਜਿਹੜਾ ਅੰਮ੍ਰਿਤ ਰਸ ਨਾਲ ਭਰਪੂਰ ਹੈ, ਇਹ ਸਾਡੇ ਹਿਰਦੇ ਵਿੱਚ ਵਸ ਜਾਏ। ਸਾਡੇ ਤੇ ਆਪਣੀ ਮਿਹਰਮਤ ਕਰੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਅਰਦਾਸ ਕਰੀਏ, ਇਹ ਅੰਮ੍ਰਿਤ ਨਾਮ ਸਾਡੇ ਹਿਰਦੇ ਵਿੱਚ ਵਸ ਜਾਏ। ਅੰਮ੍ਰਿਤ ਨਾਮ ਦਾ ਰਸ ਪੀ ਕੇ ਸਾਡਾ ਮਨ ਤ੍ਰਿਪਤ ਹੋ ਜਾਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਗੁਰੂ ਪਾਤਸ਼ਾਹ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੇ ਤੇ ਬਾਣੀ ਦੇ ਰੰਗ ਦੇ ਵਿੱਚ ਰੰਗਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅੱਗੇ ਤੋਂ ਮਿਹਰ ਦਾ ਹੱਥ ਰੱਖ ਕੇ ਆਪ ਹੀ ਵਿਚਾਰ ਕਰਵਾ ਲੈਣ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਆ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ, ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।